ਤੇ ਇਸ ਮਹਾਨ ਸ਼ਹੀਦੀ ਅਸਥਾਨ ਤੇ ਚੱਲ ਰਹੀ ਸੇਵਾਵਾਂ ਦੇ ਵਿੱਚ ਅੱਗੇ ਵੱਧ ਕੇ ਹਿੱਸਾ ਪਾਓ। ਅੱਜ ਦੇ ਕਥਾ ਦੀ ਸੇਵਾਵਾਂ ਮੇਰੇ ਅਜ਼ੀਜ਼ ਭਾਈ ਭੁਪਿੰਦਰ ਸਿੰਘ ਜੀ ਮਹਿਮਦਪੁਰ ਨਿਭਾ ਰਹੇ ਹਨ। ਸੁੰਦਰ ਕਥਾ ਕਰਦੇ ਹਨ। ਟਿਕ ਕੇ ਕਥਾ ਦਾ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣੋ ਆਪੇ। हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा, जित मिलिया चुके सब सोग संतापे। मैं ताण दीवान तू है मेरे स्वामी, मैं तुध आगे अरदास। मैं होर थाऊं नाहि जिस पह कराऊं बेनंती, मेरा दुख सुख तुझ ही पा। मैं मूर्ख की केतक बात है, कोट पराधी तरियारे। गुर नानक जिन सुनिया पेखिया, से फिर गर्भास ना परियारे। से फिर गर्भास न परियारे। जुगो जुगे अटल हाजरा हजूर, तखत चवर छतर दे मालक वालिए दो जहान। शब्द अवतार जगत जलंदे दे तारणहार सतगुरु, दसां पातशाह दे आत्मक जोत रूप, संतां भगतां फकीरां गुरमुखां दी बाणी दे खजाने। धन धन गुरुदेव श्री गुरु ग्रंथ साहिब महाराज सच्चे पातशाह जी दी पावन पवित्र निगी गोद विच महान शहादत दे अस्थान, मुकद्दस अस्थान, गुरु नानक देव महाराज दी नौवीं जोत, शिट्टी दी चादर, धर्म दी चादर, साहिब श्री गुरु तेग बहादुर महाराज जी दे पावन पवित्र अस्थानां दे उत्ते हाजरियां लवारी गुरु रूप, गुरु खालसा सत संगत जी चित बिरतियां टिकाओ च लियाइए। गुरचरनां नाल गुर शब्द नाल सुरती जोड़दियां रसना पवित्र करिए। गज वज के फतेह बुलाइए जी। वाहिगुरू जी का खालसा, वाहिगुरू जी की फतेह। गुरु रूप खालसा जी अमृतमयी मिठी बाणी, आसा जी दी वार दी रब्बी बाणी दे गायन, गुरु के कीर्तनियां रागियां रबाबियां दे पासों आप जी ने सरवण कीते हैं। उपरंत इन्हां स्थानां दी सीसगंज साहिब जी की मर्यादा मुताबक लड़ीवार गुर शब्द की विचार का समा है। धन धन गुरु ग्रंथ साहिब महाराज जी की इलाही बाणी की रोजाना ही विचार आप जी इन्हां स्थानां तो सरवण करते हो। अज का जो पावन शब्द है, आप जी ने अत सत्कार योग सिंह साहिब ज्ञानी हरनाम सिंह जी के पासों उन्हों की प्यारी मिठ बोलड़ी रसना तो सरवण किया है। जिमें ज्ञानी जी ने आप जी को ज्ञात करवाया है, शहादत के दिन हैं। साहिबजादियां की शहादत, माता गुजरी जी की शहादत कल के दिन हो चुकी है और कल सवेरे 11 बजे के करीब उन्होंने संस्कार होंदे हैं। दीवान टोडर मल जी दुनिया की सब तो महंगी जगह
ਖਰੀਦਦੇ ਹਨ। ਆਪਣਾ ਘਰ-ਬਾਰ ਵੇਚ ਕੇ, ਆਪਣੀ ਸਮੁੱਚੀ ਜ਼ਿੰਦਗੀ ਦੀ ਦੌਲਤ ਵੇਚ ਕੇ, ਜ਼ਿੰਦਗੀ ਭਰ ਦੀ ਕਮਾਈ ਵੇਚ ਕੇ ਫਿਰ ਉਹ ਸਾਹਿਬਜ਼ਾਦਿਆਂ ਨੂੰ ਸੰਸਕਾਰ ਕਰਨ ਵਾਸਤੇ, ਅੰਤਿਮ ਕਿਰਿਆ ਕਰਨ ਲਈ ਉਹ ਥਾਂ ਖਰੀਦਦੇ ਨੇ। ਇਹਨਾਂ ਵਜ਼ੀਰ ਖਾਨ ਮੌਕੇ ਦੀ ਹਕੂਮਤ ਤੁਅੱਸਬ ਦੇ ਨਾਲ, ਉਹ ਭਰੀ ਹੋਈ ਹੈਂਕੜਬਾਜੀ ਦੇ ਨਾਲ ਸਾਹਿਬਜ਼ਾਦਿਆਂ ਨੂੰ ਸੰਸਕਾਰ ਕਰਨ ਵਾਸਤੇ ਵੀ ਉਹ ਜਗ੍ਹਾ ਦੇ ਕੇ ਰਾਜੀ ਨਹੀਂ ਸੀ। ਤੋ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਤਿਗੁਰੂ ਜੀ ਦੇ ਪਰਿਵਾਰ, ਗੁਰੂ ਕੇ ਸਿੰਘ ਖਾਲਸੇ, ਕਿਵੇਂ ਉਹਨਾਂ ਨੇ ਸ਼ਹਾਦਤਾਂ ਪਾਈਆਂ, ਕਿਵੇਂ ਉਹਨਾਂ ਨੇ ਰੱਬੀ ਬਾਣੀ ਨੂੰ ਮਿੱਠਾ ਕਰਕੇ ਮੰਨਿਆ, ਖਾਲਸਾ ਕੌਮ ਨੂੰ ਪੰਥ ਉਚੇਰਾ ਲੈ ਜਾਣ ਵਾਸਤੇ ਕੀ ਘਾਲਣਾ ਘਾਲੀਆਂ, ਇਹ ਅਸੀਂ ਸਿਰਫ ਬਿਆਨ ਨਹੀਂ ਕਰ ਸਕਦੇ ਹਾਂ, ਸ਼ਬਦਾਂ ਵਿੱਚ ਸ਼ਬਦ ਵੀ ਥੋੜ੍ਹੇ ਪੈ ਜਾਂਦੇ ਹਨ। ਇਹਨਾਂ ਦਿਨਾਂ ਦੇ ਵਿੱਚ ਪੋਹ ਦਾ ਮਹੀਨਾ, ਇਹ ਆਪਾਂ ਹਮੇਸ਼ਾ ਪੱਲੇ ਨਾਲ ਗੰਢ ਬੰਨ੍ਹ ਲਈਏ, ਗੁਰਾਂ ਜੀ ਦੇ ਲੇਖੇ ਲਾਇਆ ਕਰੀਏ ਇੱਕ ਮਹੀਨਾ, ਔਰ ਇਹ ਮਹੀਨਾ ਸਿਮਰਤੀਆਂ ਵਿੱਚ ਵਸ ਜਾਏ, ਸਾਡੀਆਂ ਪੀੜ੍ਹੀਆਂ ਤੱਕ ਅੱਗੇ ਕੌਮ ਨੂੰ, ਪੰਥ ਨੂੰ ਯਾਦ ਰਵੇ। ਮੁੱਖ ਵਿਚਾਰ ਦੇ ਨਾਲ ਜੁੜੀਏ ਸਤ ਸੰਗਤ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਜ਼ਿਆਦਾ ਵਧੀਕ ਬਾਣੀ ਸ੍ਰੀ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਹੈ। ਗੌੜੀ ਰਾਗ ਹੈ। ਆਪਾਂ ਸਾਰੇ ਜਾਣਦੇ ਹਾਂ 31 ਮੁੱਖ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ। ਗੌੜੀ ਰਾਗ ਜੇ ਕਹਿ ਲਈਏ ਪੰਨਿਆਂ ਦਾ, ਅੰਗ ਦਾ ਹਿਸਾਬ ਲਾਉਣਾ ਹੋਵੇ ਤੇ ਸਭ ਤੋਂ ਜ਼ਿਆਦਾ ਲੰਬਾ ਰਾਗ ਹੈ। ਅੰਗ ਨੰਬਰ ਲਗਭਗ 180 ਤੋਂ ਲੈ ਕੇ 350 ਅੰਗ ਤੱਕ ਇਹ ਰਾਗ ਜਿਹੜਾ ਚੱਲਦਾ ਹੈ। ਸਭ ਤੋਂ ਛੋਟਾ ਰਾਗ ਜੈਜਾਵੰਤੀ ਰਾਗ, ਕੇਵਲ 4 ਸ਼ਬਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹਨ। ਇਹ ਸਭ ਤੋਂ ਲੰਮੇਰਾ ਰਾਗ ਹੈ। ਗੌੜੀ ਰਾਗ 31 ਰਾਗ ਆਪ ਜੀ ਨੂੰ ਗਿਆਤ ਕਰਾ ਦੇਵਾਂ, ਆਪਾਂ 31 ਰਾਗ ਕਹਿੰਦੇ ਹਾਂ, ਲੇਕਿਨ ਲਗਭਗ ਇੰਨੇ ਕੁ ਹੋਰ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਨ, ਜਿਨ੍ਹਾਂ ਨੂੰ ਰਾਗੀਆਂ ਦੀ, ਸ਼ਾਸਤਰੀ ਸੰਗੀਤ ਗਾਇਕਾਂ ਦੀ ਭਾਸ਼ਾ ਵਿੱਚ ਮਿਸ਼ਰਤ ਰਾਗ ਜਾਂ ਰਾਗਾਂ ਦੀਆਂ ਪ੍ਰਕਾਰਾਂ ਉਹ ਕਹਿ ਸਕਦੇ ਹਾਂ। ਤੇ ਗੌੜੀ ਰਾਗ ਦੇ ਵਿੱਚ ਸਭ ਤੋਂ ਜ਼ਿਆਦਾ ਵੰਨਗੀ ਹੈ ਰਾਗ ਦੀ। ਦਰਸ਼ਨ ਕਰੋ ਮਹਾਰਾਜ ਜੀ ਦੇ ਰਾਗ ਦੇ, ਕਿਉਂਕਿ ਰਾਗ ਦੇ ਨਾਲ ਪਹਿਲਾਂ ਜੋੜਿਆ ਨਾ। ਠੀਕ ਹੈ, ਮਹਾਰਾਜ ਨੇ ਬਚਨ ਕੀਤਾ ਹੈ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਕੇਵਲ ਰਾਗ, ਸਿਰਫ ਰਾਗ, ਕੱਲਾ ਰਾਗ ਗਾਉਣ ਦੇ ਨਾਲ ਰੱਬ ਜੀ ਦੇ ਨਾਲ ਮੇਲ ਨਹੀਂ ਹੋਣਾ, ਪਰਮਾਤਮਾ ਦੀ ਪ੍ਰਾਪਤੀ ਨਹੀਂ, ਜਿੰਨਾ ਚਿਰ ਹਰੀ ਨਾਲ ਭਿੱਜਦੇ ਨਹੀਂ। ਰਾਗ ਭਾਂਡਾ ਹੈ, ਬਰਤਨ ਹੈ। ਜਦੋਂ ਉਸ ਬਰਤਨ ਦੇ ਵਿੱਚ ਸ਼ਬਦ ਪਵੇਗਾ, ਬਾਣੀ ਪਏਗੀ, ਉਹ ਪਰਮਾਤਮਾ ਜੀ ਦਾ ਨੂਰਾਨੀ ਇਲਹਾਨੀ ਕਲਾਮ ਪਏਗਾ, ਤੇ ਫਿਰ ਇਹ ਸਾਨੂੰ ਜਗਤ ਨੂੰ ਤਾਰਨ ਵਾਲਾ ਹੋ ਜਾਂਦਾ ਹੈ। ਸਾਹਿਬ ਆਖਦੇ ਗੌੜੀ ਰਾਗ, ਕਹਿੰਦੇ ਗਾ ਭਾਈ ਗੌੜੀ ਰਾਗ ਗਾ। ਸੰਪੂਰਨ ਰਾਗ ਹੈ। ਸੰਪੂਰਨ ਰਾਗ ਦਾ ਮਤਲਬ ਔੜਵ, ਕੁਝ ਰਾਗ ਹੁੰਦੇ ਹਨ, ਕੁਝ ਛਾੜਵ ਰਾਗ ਹੁੰਦੇ ਨੇ, ਕੋਈ 5 ਸੁਰਾਂ ਦੇ ਰਾਗ, ਕੋਈ 6 ਸੁਰਾਂ ਦੇ ਰਾਗ। ਇਹ 7 ਸੁਰਾਂ ਦਾ ਪੂਰਾ ਰਾਗ ਹੈ। ਅਰੋਹੀ ਤੇ ਅਵਰੋਹੀ ਭਾਵ ਉੱਪਰ ਨੂੰ ਜਾਂਦਿਆਂ ਤੇ ਮੁੜ ਕੇ ਵਾਪਸ ਨੀਚੇ ਨੂੰ ਆਉਂਦਿਆਂ 7 ਸੁਰਾਂ ਇਹਦੀਆਂ ਲੱਗਦੀਆਂ ਹਨ। ਗੌੜੀ ਰਾਗ ਸੁਲੱਖਣੀ। ਜੇ ਤੂੰ ਗੌੜੀ ਰਾਗ ਨੂੰ ਗਾਉਣਾ ਹੈ ਤੇ ਗਾ ਸ਼ੁਭ ਲੱਛਣਾਂ ਵਾਲਾ ਗੌੜੀ ਰਾਗ। ਗੌੜੀ ਰਾਗ ਸੁਲੱਖਣੀ ਤਾਂ ਸ਼ੁਭ ਲੱਛਣਾਂ ਵਾਲਾ ਜੇ ਖਸਮੈ ਚਿੱਤ ਕਰੇ। ਖਸਮ ਨੂੰ ਚਿੱਤ ਕਰ ਇਹ ਰਾਗ ਗਾਉਂਦੇ ਆ। ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਭਾਣੇ ਚੱਲੈ ਕੰਤਕੈ। ਪਰਮਾਤਮਾ ਜੀ ਦੇ ਭਾਣੇ ਵਿੱਚ, ਉਹਦੀ ਰਜ਼ਾ ਦੇ ਵਿੱਚ ਚੱਲ, ਤਾਂ ਇਹ ਸੁਲੱਖਣਾ ਰਾਗ ਹੈ, ਸੋਹਣਾ ਰਾਗ ਹੈ।
ਮਹਾਰਾਜ ਜੀ ਨੇ ਹੋਰ ਅੱਗੇ ਬਚਨ ਕੀਤਾ, ਕਹਿੰਦੇ ਜਿਉਂ ਉਬਲੀ ਮਜੀਠੈ ਰੰਗ ਗਹਿ ਗਹਾ, ਤਿਉਂ ਸੱਚੇ ਨੋ ਜੀਓ ਦੇ। ਜਿਵੇਂ ਮਜੀਠ ਉਬਲਦੀ ਹੈ, ਆਪਣੇ ਆਪੇ ਨੂੰ ਅੱਗ ਦੇ ਅੱਗੇ ਪਾਣੀ, ਉਬਲਦੇ ਖੌਲਦੇ ਪਾਣੀ ਅੱਗੇ ਸੌਂਪ ਦਿੰਦੀ ਹੈ ਤੇ ਗੂੜਾ ਰੰਗ ਚਾੜਦੀ ਹੈ। ਇਸ ਤਰ੍ਹਾਂ ਗੌੜੀ ਰਾਗ ਦੇ ਗਾਉਂਦਿਆਂ, ਸ਼ਬਦ ਗਾਉਂਦਿਆਂ, ਬਾਣੀ ਗਾਉਂਦਿਆਂ ਜਦੋਂ ਸੱਚੇ ਨੂੰ ਜੀ ਦੇਵੇਂਗਾ, ਉਹਦੇ ਹੁਕਮ ਦੇ ਵਿੱਚ ਤੂੰ ਆ ਜਾਏਗਾ ਭਾਣੇ ਵਿੱਚ, ਤਾਂ ਇਹਨੇ ਤੈਨੂੰ ਰੰਗ ਚਾੜ ਦੇਣਾ ਹੈ। ਰੱਬੀ ਰੰਗ, ਨਾਮ ਦਾ ਰੰਗ, ਅੰਮ੍ਰਿਤ ਦਾ ਰੰਗ ਚਾੜ ਦੇਣਾ। ਗੌੜੀ ਦੀਆਂ ਪ੍ਰਕਾਰਾਂ ਕੀ ਹਨ? ਗੌੜੀ ਰਾਗ ਨੂੰ ਗਾਉਣ ਦਾ ਸਮਾਂ ਦਿਨ ਦਾ ਚੌਥਾ ਪਹਿਰ ਹੈ। ਦਿਨ ਢਲੇ ਸ਼ਾਮ ਦੇ ਸਮੇਂ ਰਾਗ ਗਾਈਦਾ ਹੈ। ਇਹਦੀਆਂ ਪ੍ਰਕਾਰਾਂ ਬੜੀਆਂ ਨੇ। 6 ਤਰ੍ਹਾਂ ਦਾ ਗੌੜੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਾਂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਗੌੜੀ ਚੇਤੀ, ਗੌੜੀ ਪੂਰਬੀ, ਗੌੜੀ ਗਵਾਰੇਰੀ, ਗੌੜੀ ਮਾਝ, ਗੌੜੀ ਦੀਪਕੀ। ਇਹ 6 ਤਰ੍ਹਾਂ ਦੀ ਗੌੜੀ। ਸ਼ੁੱਧ ਗੌੜੀ ਤੋਂ ਇਲਾਵਾ 5 ਹੋਰ ਤਰ੍ਹਾਂ ਦੀਆਂ ਗੌੜੀਆਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ। ਤੋ 31 ਮੁੱਖ ਰਾਗ ਨਾਲ ਮਿਸ਼ਰਤ ਰਾਗ ਮਿਲਾ ਕੇ ਲਗਭਗ 61-62 ਰਾਗ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਹੋ ਜਾਂਦੇ ਹਨ। ਇਹ ਗੌੜੀ ਰਾਗ ਦੀਆਂ ਅਸ਼ਟਪਦੀਆਂ ਹਨ। ਪੰਚਮ ਪਾਤਸ਼ਾਹ ਮਹਾਰਾਜ ਜੀ ਦੀਆਂ, ਪੰਚਮ ਪਾਤਸ਼ਾਹ ਮਹਾਰਾਜ ਜੀ ਦੀਆਂ 15 ਅਸ਼ਟਪਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ। ਇਹ ਜਿਹੜਾ ਬਚਨ ਹੈ ਅੱਜ ਦਾ ਸ਼ਬਦ, ਇਹ 5ਵੀਂ ਅਸ਼ਟਪਦੀ ਹੈ। ਅਸ਼ਟਪਦੀ 8 ਪਦਿਆਂ ਵਾਲਾ ਸ਼ਬਦ। 2 ਪਦੇ ਗੁਰੂ ਬਾਣੀ ਦੇ ਵਿੱਚ ਹਨ। 2 ਪਦੇ, 3 ਪਦੇ, 3 ਪਦਿਆਂ ਵਾਲੇ, 4 ਪਦੇ, 5 ਪਦੇ, ਅਸ਼ਟਪਦੀ, ਤੇ ਉਸ ਤੋਂ ਵੀ ਅੱਗੇ ਮਾਰੂ 16 ਦੇ ਅੰਦਰ 16 ਪਦੇ ਵਾਲੇ ਸ਼ਬਦ ਹਨ। ਤੇ ਇਹ ਅਸ਼ਟਪਦੀ 5ਵੀਂ ਅਸ਼ਟਪਦੀ ਹੈ। ਗੁਰਾਂ ਜੀ ਨੇ ਇਸ ਸ਼ਬਦ ਦੇ ਅੰਦਰ, ਅਸ਼ਟਪਦੀ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤੀ ਹੈ। ਦੁਨੀਆ ਦੇ ਅੰਦਰ ਇਨਸਾਨ ਜਿਹੜਾ ਹੈ, ਜਦੋਂ ਧਰਮ ਦੇ ਰਸਤੇ ਤੇ ਚੱਲਦਾ ਤੇ ਉਹਨੂੰ ਸਾਵਧਾਨ ਹੋਣ ਦੀ ਬਹੁਤ ਲੋੜ ਹੈ। ਸਾਵਧਾਨ ਹੋਣ ਦੀ ਬਹੁਤ ਲੋੜ ਹੈ। ਜਿਵੇਂ ਬਾਜ਼ਾਰ ਵਿੱਚ ਜਾਂਦੇ ਆ ਨਾ ਜੀ, ਬਾਜ਼ਾਰ ਵਿੱਚ ਹਰ ਪਈ ਹੋਈ ਚੀਜ਼ ਸ਼ੁੱਧ ਨਹੀਂ ਹੁੰਦੀ। ਬਹੁਤ ਸਾਰੀਆਂ ਕੀ ਅੱਧੀਓਂ ਵੱਧ ਜਿਹੜੀਆਂ ਉਹ ਮਿਲਾਵਟ ਵਾਲੀਆਂ, ਡੁਪਲੀਕੇਟ ਹੁੰਦੀਆਂ ਨੇ। ਸੁਨਿਆਰੇ ਦੀ ਦੁਕਾਨ ਤੇ ਜਾਈਏ ਤੇ ਆਪਾਂ ਕਹਿੰਦੇ ਆ ਯਕੀਨ ਵਾਲੇ ਬੰਦੇ ਕੋਲੋਂ ਸੋਨਾ ਖਰੀਦਣਾ ਹੈ, ਸ਼ੁੱਧ ਮਿਲੇ, ਮਿਲਾਵਟ ਵਾਲਾ ਨਾ ਮਿਲ ਜਾਏ। 2 ਨੰਬਰ ਦਾ ਵੀ ਜਿਹੜਾ ਕੰਮ ਹੈ ਉਹ ਵੀ ਬਹੁਤ ਜ਼ਿਆਦਾ ਬਾਜ਼ਾਰ 'ਚ ਹੁੰਦਾ। ਕਿਸੇ ਵੀ ਫੀਲਡ ਵਿੱਚ ਚਲੇ ਜਾਓ, 2 ਨੰਬਰ ਉਹਦੀ, ਜਿਹੜਾ 1 ਨੰਬਰ ਹੈ, ਜਿਹੜਾ ਸਹੀ ਹੈ, ਉਹਦੀ ਬਣਾਵਟ, ਉਹਦੀ ਡੁਪਲੀਕੇਟ ਹਰ ਥਾਂ ਮਿਲ ਜਾਂਦਾ ਹੈ। ਉਹਦੀ ਕਾਪੀ ਹਰ ਥਾਂ ਮਿਲ ਜਾਂਦੀ ਹੈ। ਰੱਬ ਜੀ, ਪਰਮਾਤਮਾ ਵਾਹਿਗੁਰੂ ਜੀ ਇੱਕ ਹਨ, ਵਾਹਦ ਹਨ। ਉਸ ਤੋਂ ਇਲਾਵਾ ਹੋਰ ਕੋਈ ਨਹੀਂ। ਤੇ ਗੁਰਬਾਣੀ ਦਾ ਮੁੱਢ ਹੀ ਇੱਕ ਹੈ। ਇੱਕ ਤੋਂ ਹੀ ਆਰੰਭ ਹੁੰਦੀ ਨਾ ਜੀ ਗੁਰੂ ਕੀ ਬਾਣੀ। ਇੱਕ ਦੇ ਨਾਲ ਵਾਰ-ਵਾਰ ਜੋੜਿਆ ਹੈ। ਆਰੰਭ ਵਿੱਚ ਇੱਕ, ਸ਼ੁਰੂ ਦੇ ਵਿੱਚ ਹੀ ਇੱਕ ਓੰਕਾਰ। ਜਿਹੜੇ ਵੀ ਰਾਗ ਦਾ ਆਰੰਭ ਹੋਇਆ, ਇੱਕ ਨਾਲ ਹੋਇਆ। ਜਿਹੜੇ ਵੀ ਸ਼ਬਦਾਂ ਦੇ ਜੁੱਟ ਦਾ ਆਰੰਭ ਹੋਇਆ, ਇੱਕ ਨਾਲ, ਇੱਕ ਓੰਕਾਰ ਤੋਂ। ਭਗਤ ਬਾਣੀ ਦਾ ਆਰੰਭ ਹੋਇਆ, ਇੱਕ ਓੰਕਾਰ। ਭੱਟ ਸਾਹਿਬਾਨਾਂ ਦੀ ਬਾਣੀ, ਗੁਰੂ ਕੇ ਸਿੱਖਾਂ ਦੀ ਬਾਣੀ ਦਾ ਆਰੰਭ, ਇੱਕ ਓੰਕਾਰ। ਸਾਰੀ ਬਾਣੀ ਇੱਕ ਦੇ ਦੁਆਲੇ ਘੁੰਮਦੀ ਹੈ। ਇੱਕ ਧੁਰਾ ਹੈ, ਇੱਕ ਕੇਂਦਰ ਬਿੰਦੂ ਹੈ। ਇੱਕ ਤੋਂ ਇਲਾਵਾ ਹੋਰ ਕੁਛ ਨਹੀਂ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਫਿਰ ਤੂੰ। ਏਕੋ ਕਹੀਏ ਨਾਨਕਾ, ਦੂਜਾ ਕਾਹੇ ਕੂ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਹਰ ਏਕ ਸਿਮਰ, ਏਕ ਸਿਮਰ, ਏਕ। ਤਾਂ ਹੀ ਇੱਕ ਨੂੰ ਕਿਹਾ, ਇੱਕ ਨੂੰ ਜਪਣਾ। ਏਕੋ ਜਪ, ਏਕੋ ਸਲਾਹ, ਏਕ ਸਿਮਰ, ਏਕੋ ਮਨ ਆਹੇ। ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏ ਭਗਵੰਤ। ਉਹ ਪਰਮਾਤਮਾ ਇੱਕ ਹੀ ਇੱਕ ਹੈ। ਇੱਕ ਤੋਂ ਇਲਾਵਾ ਹੋਰ ਦੂਸਰਾ ਕੋਈ ਨਹੀਂ।
ਪਰ ਜਦੋਂ ਇਨਸਾਨ ਭਰਮ ਭੁਲੇਖੇ 'ਚ ਪੈ ਜਾਂਦਾ ਹੈ, ਬਹੁਤ ਸਾਰੇ ਉਸ ਨੂੰ ਭਟਕਾ ਦਿੰਦੇ ਨੇ ਵੀ ਨਹੀਂ, ਇੱਕ ਤੋਂ ਇਲਾਵਾ ਦੂਜਾ ਵੀ ਹੈ। ਦੂਜਾ ਕੌਣ? ਇਹ ਦਰਖਤ, ਸ਼ਾਇਦ ਇਹਦੇ ਵਿੱਚ ਵੀ ਰੱਬ ਹੈ, ਇਹਨੂੰ ਰੱਬ ਕਰਕੇ ਮੰਨ ਲੈ। ਭੁਲੇਖਾ ਪੈ ਗਿਆ। ਇਹ ਬੇਰੀ ਦਾ ਰੁੱਖ ਹੈ, ਇਹ ਪਿੱਪਲ ਦਾ ਰੁੱਖ ਹੈ, ਬੋਹੜ ਦਾ ਰੁੱਖ ਹੈ, ਰੁੱਖ ਸਾਰੇ ਚੰਗੇ ਨੇ, ਉਹਨੂੰ ਰੱਬ ਕਰਕੇ ਮੰਨਣ ਲੱਗ ਗਿਆ। ਜੀਵ ਜੰਤੂ ਸਾਰਿਆਂ ਵਿੱਚ ਹੀ ਵਾਹਿਗੁਰੂ ਹੈ, ਸਾਰਿਆਂ ਦੇ ਵਿੱਚ ਘਟ ਘਟ ਮੈਂ ਹਰ ਜੂ ਬਸੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਰ ਹਿਰਦੇ ਵਿੱਚ, ਛੋਟਾ ਹੈ ਵੱਡਾ ਹੈ, ਚਿੰਟੀ ਤੇ ਕੁੰਚਰ ਅਸਤੂਲਾ, ਕਿਸ ਤਰ੍ਹਾਂ ਵੀ ਜੀਵ ਹੈ, ਸਭ ਦੇ ਵਿੱਚ ਰੱਬ ਜੀ ਵਸਦੇ ਨੇ। ਪਰ ਕਿਸੇ ਜਾਨਵਰ ਨੂੰ, ਕਿਸੇ ਇਨਸਾਨ ਨੂੰ ਤੇ ਰੱਬ ਕਰਕੇ ਨਹੀਂ ਮੰਨਿਆ ਜਾ ਸਕਦਾ ਨਾ। ਕੋਈ ਵੀ ਜਾਨਵਰ ਰੱਬ ਨਹੀਂ ਹੋ ਸਕਦਾ, ਕੋਈ ਇਨਸਾਨ ਰੱਬ ਨਹੀਂ ਹੋ ਸਕਦਾ। ਉਹਦੀ ਖਾਸੀਅਤ ਹੀ ਇਹ ਹੈ ਪਰਮਾਤਮਾ ਜੀ ਦੀ ਕਿ ਗੁਣ ਇਹੋ, ਹੋਰ ਨਾ ਹੀ ਕੋਈ। ਉਹਦੇ ਵਿੱਚ ਵੱਡਾ ਗੁਣ ਇਹ ਹੈ ਕਿ ਉਹਦੇ ਵਰਗਾ ਹੋਰ ਕੋਈ ਨਹੀਂ। ਐਗਜ਼ਾਮਪਲ ਵੀ ਨਹੀਂ ਦੇ ਸਕਦੇ ਕਿ ਐਦਾਂ ਦਾ ਹੈ। ਆਪਾਂ ਕਈ ਵਾਰੀ ਕਿਸੇ ਚੰਗੀ ਚੀਜ਼ ਦੀ ਕੋਈ ਐਗਜ਼ਾਮਪਲ ਦੇ ਦਿੰਦੇ ਨਾ ਵੀ ਐਦਾਂ ਦੀ ਹੈ ਉਹ ਚੀਜ਼ ਫਲਾਣੀ, ਉਹ ਬੰਦਾ ਐਦਾਂ ਦਾ ਸੋਹਣਾ ਹੈ, ਉਹ ਬੰਦਾ ਇਸ ਤਰ੍ਹਾਂ ਦਾ ਭੀਮ ਵਰਗਾ, ਦਾਰੇ ਵਰਗਾ, ਉਹ ਐਦਾਂ ਦਾ ਤਕੜਾ ਹੈ, ਉਹ ਇਸ ਤਰ੍ਹਾਂ ਦਾ ਸਰੂ ਵਰਗਾ ਲੰਬਾ ਹੈ। ਰੱਬ ਵਰਗੀ ਤੇ ਕੋਈ ਐਗਜ਼ਾਮਪਲ ਵੀ ਨਹੀਂ ਹੈ ਦੁਨੀਆ ਦੇ ਵਿੱਚ ਜਿਹੜੀ ਆਪਾਂ ਉਹਦੇ ਬਰਾਬਰ ਤੇ ਲਿਆ ਕੇ ਦੇ ਦੇਈਏ। ਤੋ ਰੱਬ ਦੀ ਵਰਗਾ ਇਹੀ ਗੁਣ ਹੈ ਉਹਦੇ ਵਰਗੇ। ਉਹ ਏਵੜ ਉੱਚਾ ਹੋਵੇ ਕੋਏ ਤੇ ਸੂਚੇ ਕਹੋ ਜਾਣੇ ਸੋਏ। ਜੇਵੜ ਆਪ ਜਾਣੇ ਆਪ ਆਪ, ਉਹ ਜਿੱਡਾ ਆਪ ਹੈ ਉਹ ਆਪ ਹੀ ਜਾਣਦਾ ਹੈ ਕਿ ਕਿੱਡਾ ਕੁ ਹੈ। ਉਹ ਹੋਰ ਪ੍ਰਮਾਤਮਾ ਦੇ ਬਰਾਬਰ ਦਾ ਕੋਈ ਹੋਵੇਗਾ, ਉਹਦੇ ਬਰਾਬਰ ਤੇ ਪਹੁੰਚੇਗਾ ਤੇ ਤਾਂ ਹੀ ਜਾਣ ਸਕੇਗਾ, ਤੇ ਉਹ ਹੋ ਹੀ ਨਹੀਂ ਸਕੀਦਾ। ਇਹ ਬਚਨ ਜਿਹੜਾ ਪੰਚਮ ਪਾਤਸ਼ਾਹ ਦਾ ਮਹਾਰਾਜ ਦੋ ਚਿੱਤੀ ਜਿਹੜੀ ਨਾ ਸਾਨੂੰ ਦੁਨੀਆ ਦੇ ਅੰਦਰ ਬਹੁਤ ਖਰਾਬ ਕਰਦੀ ਹੈ। ਸਾਡੇ ਲੁੱਟੇ ਜਾਣ ਦਾ ਕਾਰਨ ਸਾਡੀ ਦੁਚਿੱਤੀ ਬਣਦੀ, ਦੁਬਿਧਾ। ਇਹ ਠੀਕ ਹੈ ਕਿ ਇਹ ਠੀਕ ਹੈ। ਦੁਨੀਆ ਦੇ ਵਿੱਚ ਬੜੀ ਵਾਰ ਚੱਲਦੇ ਆ, ਸਾਡੇ ਅੱਗੇ ਦੋ ਦੋ ਤਿੰਨ ਤਿੰਨ ਰਸਤੇ ਆ ਜਾਂਦੇ, ਤਿੰਨ ਤਿੰਨ ਚਾਰ ਚਾਰ ਰਸਤਿਆਂ ਦੀ ਬਜਾਏ ਦੋ ਵੀ ਆ ਜਾਣ ਤੇ ਭੁਲੇਖਾ ਪੈ ਜਾਏਗਾ ਇਹ ਰਸਤਾ ਸਹੀ ਹੈ ਕਿ ਇਹ ਰਸਤਾ ਸਹੀ ਹੈ। ਇੱਧਰ ਜਾਵਾਂਗਾ ਆਪਣੀ ਮੰਜ਼ਿਲ ਤੇ ਪਹੁੰਚਾਂਗਾ ਕਿ ਇਸ ਪਾਸੇ ਜਾਵਾਂਗਾ ਆਪਣੀ ਮੰਜ਼ਿਲ ਤੇ ਪਹੁੰਚਾਂਗਾ। ਸਹੀ ਰਸਤਾ ਇਖਤਿਆਰ ਕਰ ਲਿਆ, ਸਿਆਣੇ ਨੂੰ ਪੁੱਛ ਕੇ ਸਮਝ ਦੇ ਨਾਲ ਸਹੀ ਫੈਸਲਾ ਲੈ ਲਿਆ, ਠੀਕ ਪਹੁੰਚ ਜਾਵਾਂਗੇ। ਨਹੀਂ ਤੇ ਸਮਾਂ ਤੇ ਸ਼ਕਤੀ ਖਰਾਬ ਹੋਏਗੀ, ਸਮਾਂ ਖਰਾਬ ਹੋਏਗਾ, ਸ਼ਕਤੀ ਖਰਾਬ। ਗਿਆਨੀ ਜੀ ਨੇ ਬੇਨਤੀ ਕੀਤੀ ਨਾ ਜੀ ਆਪ ਸੰਗਤਾਂ ਨੂੰ ਵੀ ਅੰਮ੍ਰਿਤ ਛਕੇ ਗੁਰੂ ਵਾਲੇ ਬਣੀਏ। ਸਹੀ ਰਸਤਾ, ਸੱਚ ਦਾ, ਹੱਕ ਦਾ ਰਸਤਾ ਜਿਹੜਾ ਹੈ ਮਹਾਰਾਜ ਨੇ ਸਾਨੂੰ ਦਿਖਾਇਆ ਹੈ, ਉਸ ਰਸਤੇ ਜਲਦੀ ਪੈ ਜਾਈਏ, ਖਰਾਬ ਨਾ ਹੋਈਏ। ਪਤਾ ਨਹੀਂ ਹੁੰਦਾ ਕਦੋਂ ਜ਼ਿੰਦਗੀ ਦੇ ਵਿੱਚ ਕਿੱਥੇ ਸ਼ਾਮ ਹੋ ਜਾਣੀ ਹੈ। ਤਾਂ ਇਹ ਮਹਾਰਾਜ ਜੀ ਦੁਬਿਧਾ ਨੂੰ ਖਤਮ ਕਰਨ ਦੀ ਗੱਲ ਕਰਦੇ ਨੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਆਵਾਜ਼ ਮਾਰਦੇ ਨੇ ਵਾਰ ਵਾਰ ਮਹਾਰਾਜ ਬਚਨ ਕਰ ਕਰਕੇ ਗੁਰਸਿੱਖਾਂ ਨੂੰ, ਗੁਰਮਿੱਤਾਂ ਪੁੱਤਾਂ ਭਾਈਆਂ ਨੂੰ, ਸਾਰੀਆਂ ਸੰਗਤਾਂ ਨੂੰ, ਸਾਰੇ ਇਨਸਾਨਾਂ ਨੂੰ ਆਵਾਜ਼ ਮਾਰਦੇ ਨੇ। ਮਾਲਕ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਦੁਚਿੱਤੀ ਦੁਬਿਧਾ ਦੂਰ ਕਰ ਦਿਓ, ਖਤਮ ਕਰ ਦਿਓ ਇੱਕ ਪਰਮਾਤਮਾ ਜੀ ਦੇ ਨਾਲ ਲਿਵ। ਜਿਹੜੀ ਲਿਵ ਸਾਡੀ ਟੁੱਟੀ ਹੋਈ ਹੈ, ਜਿਹੜੀ ਲਿਵ ਵਾਹਿਗੁਰੂ ਜੀ ਦੇ ਨਾਲੋਂ ਟੁੱਟ ਕੇ ਤ੍ਰਿਸ਼ਨਾਵਾਂ ਨਾਲ ਜੁੜ ਗਈ ਹੈ, ਦੂਸਰੇ ਦੇ ਨਾਲ ਜੁੜ ਗਈ ਹੈ, ਉਹ ਉਸ ਟੁੱਟੀ ਹੋਈ ਲਿਵ ਨੂੰ ਜੋੜ ਲਓ। ਭਰਮ ਭੁਲੇਖੇ ਭਾਦੋਂ ਦੇ ਮਹੀਨੇ ਵਿੱਚ ਜਿਹੜਾ ਮਹਾਰਾਜ ਨੇ ਬਚਨ ਕਰ ਦੇਣਾ, ਸੰਬੋਧਨ ਕਰਕੇ ਉਪਦੇਸ਼ ਕੀਤਾ, ਮਹੀਨਿਆਂ ਨੂੰ ਲੈ ਕੇ ਉਪਦੇਸ਼ ਕੀਤੇ, 12 ਮਹਾਂ ਬਾਣੀ ਸਾਹਿਬ। ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਦ ਦੋਏ ਭਰਮ ਭੁਲਾਣੀਆਂ ਦੂਜੈ ਲੱਗਾ, ਰੱਬ ਨੂੰ ਛੱਡ ਕੇ ਦੂਸਰੇ ਨਾਲ ਪਿਆਰ ਪਾ ਲਿਆ, ਸੰਸਾਰ ਨਾਲ ਪਿਆਰ ਪਾ ਲਿਆ। ਭਾ ਦੋਏ, ਦੋਏ ਭਾ, ਦੋ ਦੂਸਰਾ ਪਿਆਰ, ਰੱਬ ਜੀ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਬਾਬਾ ਫਰੀਦ ਜੀ ਨੇ ਜਿਵੇਂ ਬਚਨ ਕੀਤਾ ਭਾਈ, ਜਿਹੜੇ ਇੱਕ ਰੱਬ ਦੇ ਹੋਣ, ਜਿਵੇਂ ਇੱਕ ਪਤੀ ਦੀ ਇੱਕ ਪਤੀ ਵਰਤਾ ਇਸਤਰੀ ਹੁੰਦੀ ਹੈ, ਉਹ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਦੀ ਝਾਕ ਨਹੀਂ ਰੱਖਦੀ। ਜਿਨ੍ਹਾਂ ਨਾਉ ਸੁਹਾਗਣੀ ਤਿਨਾ ਝਾਕ ਨਾ ਹੋਰ। ਇਵੇਂ
ਇਨਸਾਨ ਦਾ ਇਹ ਇਖਲਾਕੀ ਫਰਜ਼ ਹੈ, ਇਹ ਧਰਮ ਹੈ ਕਿ ਜਿਹੜੇ ਮਾਲਕ ਨੇ ਪੈਦਾ ਕੀਤਾ ਹੈ, ਜਿਹੜੇ ਮਾਲਕ ਨੇ ਜ਼ਿੰਦਗੀ ਦਿੱਤੀ ਹੈ, ਖਾਣ ਪੀਣ ਪਹਿਨਣ ਹੰਡਾਉਣ ਨੂੰ ਦਿੱਤਾ ਹੈ, ਮਤ ਬੁੱਧ ਬਖਸ਼ੀ ਹੈ, ਉਸ ਵਾਹਿਗੁਰੂ ਪਰਮਾਤਮਾ ਨਾਲੋਂ ਛੱਡ ਕੇ ਕਿਸੇ ਹੋਰ ਦੇ ਨਾਲ ਨਾ ਚਿੱਤ ਜੋੜੀ, ਹੋਰ ਨਾਲ ਚਿੱਤ ਨਾ ਜੋੜੀ। ਇਹ ਸਾਨੂੰ ਦੁਬਿਧਾ ਖਵਾਰ ਕਿੰਨਾ ਕੁ ਕਰਦੀ ਏ। ਦੁਬਿਧਾ ਛੋੜ ਕੁਵਾਟੜੀ, ਦੂਜੀ ਛੋੜ ਕੁਵਾਟੜੀ। ਦੂਜੀ ਕੁਵਾਟੜੀ ਹੈ, ਭੈੜੀ ਵਾਟ ਹੈ, ਗਲਤ ਵਾਟ ਹੈ। ਪੰਜਾਬੀ ਵਿੱਚ ਜਦੋਂ ਕਿਸੇ ਅੱਖਰ ਦੇ ਅਗੇਤਰ, ਅੱਖਰ ਕਿਸੇ ਸ਼ਬਦ ਦੇ ਅੱਗੇ ਕੋ ਜਾਂ ਦੋ ਲੱਗ ਜਾਵੇ ਤੇ ਉਹਦੇ ਅਰਥ ਨਾ ਬਾਚੀ ਹੋ ਜਾਂਦੇ ਨੇ। ਜਿਵੇਂ ਪੁੱਤਰ ਤੇ ਕਪੁੱਤਰ, ਮਾਪੇ ਤੇ ਕੁਮਾਪੇ, ਐਵੇਂ ਵਾਟ ਤੇ ਕੁਵਾਟ। ਕਹਿੰਦੇ ਕੁਵਾਟੜੀ ਰੱਬ ਜੀ ਦੇ ਰਸਤੇ ਨਾਲੋਂ ਛੱਡ ਕੇ ਦੂਸਰੀ ਜਿਹੜੀ ਵਾਟ ਹੈ ਨਾ, ਗਲਤ ਹੈ, ਭੈੜੀ ਹੈ, ਉਹ ਰਸਤਾ ਅਖਤਿਆਰ ਕਰੇਗਾ। ਦੂਜੀ ਛੋੜ ਕੁਵਾਟੜੀ 100 ਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਦੂਜੇ ਭਾਅ ਦੇ ਵਿੱਚ ਜੇ ਪਵੇਂਗਾ ਤੇ ਵਹਿਣ ਦੇ ਵਿੱਚ, ਐਸੇ ਵਹਿਣ ਦੇ ਵਿੱਚ ਰੁੜਦਾ ਜਾਏਗਾ ਜਿਹਨੇ ਤੈਨੂੰ ਕਿਸੇ ਪਾਸੇ ਨਹੀਂ ਲਾਉਣਾ, ਕਿਸੇ ਮੰਜ਼ਿਲ ਦੇ ਉੱਤੇ, ਕਿਸੇ ਸਿਰੇ ਦੇ ਉੱਤੇ ਨਹੀਂ ਲੱਗਣ ਦੇਣਾ। ਦੁਬਿਧਾ ਬੌਰੀ ਮਨ ਬੌਰਾਇਆ, ਖਰਾਬ ਕਰ ਦਿੱਤਾ ਮਨ ਨੂੰ ਗਲਤ ਪਾਸੇ ਪਾ ਦਿੱਤਾ। ਫੈਸਲਾ ਲੈਣ ਦੀ ਜਿਹੜੀ ਸ਼ਕਤੀ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਇਹ ਬੁੱਧੀ, ਫੈਸਲਾ ਲੈਣ ਦੀ ਸ਼ਕਤੀ ਦਿੱਤੀ ਨਾ, ਚੇਤਨ ਸੱਤਾ ਜਿਹਨੂੰ ਆਪਾਂ ਕਹਿੰਦੇ ਹਾਂ, ਵੀ ਚੇਤਨ ਸੱਤਾ ਦਿੱਤੀ ਹੈ, ਚੇਤਨ ਹੋ ਕੇ ਰਹਿਣਾ। ਇਹ ਇਨਸਾਨ ਦੇ ਵਿੱਚ ਖਾਸੀਅਤ ਹੈ ਜੀ, ਬਸ ਕਿਸੇ ਹੋਰ ਵਿੱਚ ਖਾਸੀਅਤ ਨਹੀਂ। ਹੋਰ ਕਿਸੇ ਵੀ ਜੀਵ ਵਿੱਚ ਇਹ ਫੈਸਲਾ ਲੈਣ ਦੀ ਸਮਰੱਥਾ ਨਹੀਂ। ਬੜੇ ਚੰਗੇ ਚੰਗੇ ਜਾਨਵਰ ਨੇ ਦੁਨੀਆ ਦੇ ਉੱਤੇ, ਬੜੇ ਸੋਹਣੇ ਸੋਹਣੇ ਵੀ, ਆਪਾਂ ਸਿਆਣੇ ਵੀ ਕਹਿੰਦੇ ਆ, ਸਮਝਦਾਰ ਵਫਾਦਾਰ ਵੀ ਕਹਿੰਦੇ ਆ, ਬੜੇ ਬੜੇ ਗੁਣਾਂ ਵਾਲੇ ਨੇ ਜਾਨਵਰ, ਪਰ ਇਸ ਤਰ੍ਹਾਂ ਦਾ ਕੋਈ ਨਹੀਂ ਜਿਹੜਾ ਆਪਣੇ ਭਲੇ ਦਾ ਤੇ ਬੁਰੇ ਦਾ ਫੈਸਲਾ ਕਰ ਸਕੇ ਤੇ ਭਲੇ ਬੁਰੇ ਦੀ, ਚੰਗੇ ਮਾੜੇ ਦੀ ਪਛਾਣ ਕਰਕੇ ਠੀਕ ਰਸਤਾ ਅਖਤਿਆਰ ਕਰ ਸਕੇ। ਇਹ ਬੰਦਾ ਹੀ ਹੈ ਜਿਹਦੇ ਕੋਲ ਫੈਸਲਾ ਲੈਣ ਦੀ ਸਮਰੱਥਾ ਹੈ। ਫੈਸਲਾ ਲੈਣ ਦੀ ਸਮਰੱਥਾ ਚੇਤਨ ਸੱਤਾ ਹੋਣ ਦੇ ਬਾਵਜੂਦ ਵੀ ਇਨਸਾਨ ਜਿਹੜਾ ਉਜੜੇ ਪੈ ਜਾਂਦਾ ਹੈ, ਗਲਤ ਰਸਤੇ ਫਿਰ ਵੀ ਪੈ ਜਾਂਦਾ ਹੈ, ਫਿਰ ਵੀ ਹੱਥ ਵਿੱਚ ਦੀਵਾ ਹੋ ਕੇ ਵੀ ਖੂਹ 'ਚ ਜਾ ਡਿੱਗਦਾ ਹੈ। ਬਾਬਾ ਜੀ ਕਹਿੰਦੇ, ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਬਈ ਇਹ ਕਿਹੜੀ ਹੈਰਾਨਗੀ, ਇੱਕ ਬੜਾ ਤਰਸ ਆਉਂਦਾ ਬੰਦੇ ਦੇ ਉੱਤੇ ਕਿ ਜਿਹੜਾ ਹੱਥ ਵਿੱਚ ਦੀਵਾ ਲੈ ਕੇ ਖੂਹ ਡਿੱਗ ਪਿਆ ਜਾ ਕੇ। ਪਰਮਾਤਮਾ ਜੀ ਨੇ ਸਮਝ ਬੂਝ ਦਿੱਤੀ, ਫਿਰ ਵੀ ਮਾਇਆ ਦੇ ਭੁਲੇਖੇ ਪੈ ਗਿਆ, ਫਿਰ ਵੀ ਦੁਨੀਆ ਵਿੱਚ ਇਹਨੂੰ ਡੁਪਲੀਕੇਸੀ ਦੀ ਪਛਾਣ ਨਾ ਹੋ ਸਕੀ ਤੇ ਦੁਬਿਧਾ ਵਿੱਚ ਪੈ ਗਿਆ। ਦੁਬਿਧਾ ਬੌਰੀ ਮਨ ਬੌਰਾਇਆ, ਝੂਠੈ ਲਾਲਚ ਜਨਮ ਗਵਾਇਆ, ਲਪਟ ਰਹੀ ਫੁਨ ਬੰਧ ਨਾ ਪਾਇਆ। ਲਪਟ ਗਿਆ, ਉਹਨੂੰ ਜੱਫੇ ਮਾਰ ਲਏ ਤੇ ਫੁਨ ਬੰਧ ਨਾ ਪਾਇਆ। ਬੰਨ ਨਹੀਂ ਪਿਆ ਇਸ ਹੋੜ ਨੂੰ, ਰੁਕਾਵਟ ਨਹੀਂ ਪਈ, ਰੋਕ ਨਹੀਂ ਲੱਗ ਸਕੀ ਇਸ ਨੂੰ ਅੱਗੇ ਜਾ ਕੇ। ਜੇ ਕਿਸੇ ਭਰਮ ਭੁਲੇਖੇ ਵਿੱਚ ਪਏ ਹੋਏ ਇਨਸਾਨ ਨੂੰ, ਅੰਧ ਵਿਸ਼ਵਾਸ ਵਿੱਚ ਫਸੇ ਹੋਏ ਨੂੰ, ਉਹਨੂੰ ਕਹਿ ਦਈਏ ਨਾ ਭਾਈ ਵੀ ਇਹ ਰਸਤਾ ਗਲਤ ਹੈ, ਨਾ ਚੱਲ, ਉਹ ਕਹਿੰਦਾ ਤੈਨੂੰ ਜ਼ਿਆਦਾ ਪਤਾ ਹੈ ਭਾਈ, ਗੁਰੂ ਦਾ ਰਸਤਾ ਅਖਤਿਆਰ ਕਰ, ਗੁਰਮਤਿ ਧਾਰਨ ਕਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਿੱਖਿਆ ਲੈ ਲੈ, ਧਰਮ ਗ੍ਰੰਥਾਂ ਤੋਂ ਸਿੱਖ। ਕਹਿੰਦਾ ਨਹੀਂ, ਮੈਂ ਜਿਹੜਾ ਅਗਿਆਨਤਾ ਦਾ ਰਸਤਾ ਜਿਹੜਾ ਅਖਤਿਆਰ ਕੀਤਾ ਸਹੀ ਹੈ, ਉਹਨੂੰ ਉਹੀ ਸਵਾਦ ਲੱਗਦਾ, ਚੰਗਾ ਲੱਗਦਾ, ਉਹ ਖੁਸ਼ ਹੈ ਉਹਦੇ ਵਿੱਚ। ਬਾਬਾ ਜੀ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਬੇਦ ਕਿਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼। ਬੰਦੇ ਪਰਮਾਤਮਾ ਨੂੰ ਆਪਣੇ ਦਿਲ ਦੇ ਵਿੱਚੋਂ ਅੰਦਰੋਂ ਖੋਜਣਾ ਕਰ, ਲੱਭਣਾ ਕਰ। ਦੂਸਰੇ ਭਾਅ ਦੇ ਵਿੱਚੋਂ, ਦਰਖਤਾਂ ਪੇੜਾਂ ਪੌਦਿਆਂ ਜਾਨਵਰਾਂ ਦੇ ਵਿੱਚੋਂ, ਕਬਰਾਂ ਬੜੀਆਂ ਮਸਾਣੀਆਂ ਪੱਥਰਾਂ ਦੇ ਵਿੱਚੋਂ ਨਹੀਂ ਲੱਭ ਸਕਦਾ। ਅੰਦਰੋਂ ਖੋਜ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਬਚਨ ਯਾਦ ਆ ਗਿਆ, ਬੜੀ ਪਿਆਰੀ ਗਜ਼ਲ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਬੜੇ ਮਹਾਨ ਵਿਦਵਾਨ, ਫਾਰਸੀ ਦੇ ਬਹੁਤ ਵਿਦਵਾਨ। ਭਾਈ ਨੰਦ ਲਾਲ ਜੀ ਕਹਿੰਦੇ ਭਾਈ ਦੇਖ, ਜੇਕਰ ਚਸ਼ਮਗਰ ਬੀਨਾ ਬਵਦ, ਜੇ ਤੇਰੀਆਂ ਚਸ਼ਮਾਂ ਨੂੰ ਦੇਖਣ ਦੀ ਦੱਖ ਹੈ, ਦਿਲ ਅਗਰ ਦਾਨਾ ਬਵਦ, ਕਹਿੰਦੇ ਦਿਲ ਜੇ ਤੇਰਾ ਸਿਆਣਾ ਹੈ, ਦਾਨਾ ਸਿਆਣਾ, ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ਼ ਯਾਰ ਹਸ, ਜੇ ਤੇਰਾ ਦਿਲ ਸਿਆਣਾ ਹੈ ਤਾਂ ਅੰਦਰੋਂ ਹੀ ਵਾਹਿਗੁਰੂ ਪਰਮਾਤਮਾ ਜੀ ਨੂੰ ਵਿੱਚੋਂ ਹੀ ਲੱਭ ਸਕਦਾ ਹੈ। ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ਼ ਯਾਰ ਹਸ, ਚਸ਼ਮਗਰ ਬੀਨਾ ਬਵਦ, ਚਸ਼ਮ ਅੱਖਾਂ, ਜੇ ਤੇਰੀਆਂ ਅੱਖਾਂ ਦੇਖਣ ਵਾਲੀਆਂ ਹਨ, ਤੂੰ ਦੇਖ ਸਕੇ। ਇਹਨਾਂ ਬਾਹਰਲੀਆਂ ਅੱਖਾਂ ਨਾਲ ਨਹੀਂ, ਸੁਰਤੀ ਦੀਆਂ ਅੱਖਾਂ ਨਾਲ ਵੀ। ਲੋਇਣ ਲੋਈ ਡਿੱਠ ਪਿਆਸ ਨਾ ਬੁਝੈ ਮੂੰਹ ਕਣੀ, ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਿਸੰਦੋ ਮਾਪੀਰੀ। ਅੱਖਾਂ ਵਾਲੇ ਵੀ ਕਹਿੰਦੇ ਕਈ ਵਾਰੀ ਖੂਹ 'ਚ ਡਿੱਗ ਜਾਂਦੇ ਆ। ਅੰਦਰਲੀਆਂ ਸੁਰਤੀ ਦੀਆਂ ਅੱਖਾਂ ਜੇ ਤੇਰੀਆਂ ਵੇਖ ਸਕਣ, ਚਸ਼ਮਗਰ ਬੀਨਾ ਬਵਦ, ਹਰ ਤਰਫ ਦੀਦਾਰ ਹਸ, ਹਰ ਪਾਸੇ ਹਰ ਜਗ੍ਹਾ ਦੇ ਉੱਤੇ ਵਾਹਿਗੁਰੂ ਜੀ ਦਾ ਵਾਸਾ ਹੈ। ਉਹ ਪਰਮਾਤਮਾ ਇੱਕੋ ਇੱਕ ਵਸਦਾ ਰਮਿਆ ਹੋਇਆ ਹੈ। ਤੂੰ ਉਹਨੂੰ ਇਹਨਾਂ ਵਾਦਾਂ ਵਿਵਾਦਾਂ ਵਿੱਚ ਛੋੜ, ਅੰਦਰ ਲੱਭ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਰੇ। ਫਿਰ ਦੁਬਾਰਾ ਪਰੇਸ਼ਾਨੀਆਂ ਤਾਂ ਹੀ ਪੈਂਦੀਆਂ ਜੇ, ਕਹਿੰਦੇ ਪਰੇਸ਼ਾਨ ਹੋ ਗਿਆ। ਟੈਨਸ਼ਨ ਸਭ ਤੋਂ ਜ਼ਿਆਦਾ ਅੱਜ ਜੇ ਕਿਸੇ ਨੇ ਸਾਨੂੰ ਘੇਰਿਆ, ਟੈਨਸ਼ਨ। ਉਸ ਤੋਂ ਵੀ ਅੱਗੇ ਕਹਿੰਦੇ ਜੀ ਹਾਈਪਰ ਟੈਨਸ਼ਨ। ਇਹਨਾਂ ਚੀਜ਼ਾਂ ਨੇ ਜਿਹੜਾ ਘੇਰਿਆ ਨਾ, ਭਉ, ਡਰ, ਚਿੰਤਾ, ਤੌਖਲਾ, ਇਹ ਕਿਉਂ ਇਹਨਾਂ ਨੇ ਘੇਰਿਆ? ਕਿਉਂਕਿ ਇੱਕ ਦਿਨ ਲੜ ਨਹੀਂ ਨਾ ਲੱਗੇ, ਤਾਂ ਇਹਨਾਂ ਨੇ ਘੇਰਿਆ ਚਿੰਤਾਵਾਂ ਨੇ, ਤਾਂ ਅਸੀਂ ਪਰੇਸ਼ਾਨੀਆਂ। ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸ਼ਹਿਰ ਮੇਲਾ, ਦਸਤਗੀਰੀ ਨਾ ਇਹ ਦਰੋਗ ਪੜ ਪੜ ਖੁਸ਼ੀ ਹੋਏ। ਖੁਸ਼ ਹੁੰਦਾ ਮੈਂ ਠੀਕ ਹਾਂ, ਜਿਹੜੇ ਰਸਤੇ ਤੇ ਚੱਲ ਰਿਹਾ ਮੈਂ, ਭਰਮ ਭੁਲੇਖੇ ਵਾਲੇ, ਅੰਧ ਵਿਸ਼ਵਾਸ ਵਾਲੇ ਜਿਹੜੇ ਮੈਂ ਰਸਤੇ ਚੱਲ ਰਿਹਾ, ਠੀਕ ਹੈ। ਉਹ ਸਹੀ ਰਸਤਾ ਜੇ ਕੋਈ ਉਹਨੂੰ ਦਿਖਾਉਂਦਾ ਨਾ, ਮੈਂ ਮੇਰੇ ਪਿਆਰੇ ਗੁਰਮੁਖਾ ਇਹ ਰਸਤਾ ਠੀਕ ਨਹੀਂ, ਉਹਦੇ ਨਾਲ ਲੜਨ ਨੂੰ ਪੈਂਦਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਲਕ ਖਾਲਕ ਖਲਕ ਮਿਆਨੇ। ਮਿਆਨੇ ਵਿੱਚ ਉਹ ਇੱਕੋ ਇੱਕ ਸੱਚਾ ਪਰਮਾਤਮਾ ਖਾਲਕ ਖਲਕ ਮਾਹੇ, ਖਲਕਤ ਦੇ ਵਿੱਚ ਹੈ, ਦੁਨੀਆ ਦੇ ਵਿੱਚ ਹੈ, ਇਨਸਾਨਾਂ ਜੀਵਾਂ ਜੰਤੂਆਂ ਪੇੜਾਂ ਪੌਦਿਆਂ 'ਚ ਵਸਿਆ ਹੋਇਆ, ਰਮਿਆ ਹੋਇਆ। ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੀ। ਉਹ ਪਰਮਾਤਮਾ ਉਹਨੂੰ ਖੁਦਾ ਕਹਿ ਲੈ, ਚਾਹੇ ਸ਼ਿਆਮ ਗੂੜੇ ਰੰਗ ਵਾਲਾ ਉਸ ਨੂੰ ਕਹਿ ਲੈ। ਪਰਮਾਤਮਾ ਦਾ ਰੂਪ ਮੂਰਤਾਂ ਦੇ ਵਿੱਚ ਵੀ ਨਹੀਂ ਹੈ, ਮੂਰਤਾਂ ਫੋਟੋਆਂ ਦੇ ਵਿੱਚ ਵੀ ਨਹੀਂ ਹੈ, ਮੂਰਤੀਆਂ ਪੱਥਰ ਦੀਆਂ ਉਹਨਾਂ ਦੇ ਵਿੱਚ ਵੀ ਨਹੀਂ ਹੈ ਰੱਬ ਪਰਮਾਤਮਾ। ਪਰ ਪਰਮਾਤਮਾ ਵਾਹਿਗੁਰੂ ਜੀ ਜਿਹੜੀ ਦੁਬਿਧਾ ਹੈ, ਗੁਰਾਂ ਜੀ ਨੇ ਇਸ ਸ਼ਬਦ ਦੇ ਰਾਹੀਂ ਸਾਡੀ ਦੂਰ ਕੀਤੀ ਹੈ ਕਿ ਦੁਬਿਧਾ ਦੇ ਵਿੱਚ ਪੈ ਕੇ, ਕੁਆਟੜੀ ਦੇ ਵਿੱਚ ਪੈ ਕੇ ਉਹ ਤੇਰਾ ਜੀਵਨ ਜਿਹੜਾ ਜਨਮ ਖਰਾਬ ਹੋਣਾ। ਜੇ ਤੂੰ ਦੁਬਿਧਾ ਛੱਡ ਦੇਂਗਾ, ਇੱਕ ਨਾਲ ਲੱਗ ਜਾਏਗਾ, ਤੇ ਜਿਹੜੀ ਚੀਜ਼ ਸੰਸਾਰ ਤੋਂ ਲੈਣ ਆਇਆ ਹੈ ਉਹ ਲੈ ਜਾਏਗਾ, ਜਿਹੜਾ ਵਣਜ ਕਰਨ ਆਇਆ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਗੁਰੂ ਦੇ ਕੋਲ ਅੰਮ੍ਰਿਤ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤਰਾਈ। ਦੁਨੀਆ ਨੂੰ ਬੇਵਕੂਫ ਬੁੱਧੂ ਬਣਾਉਣ ਵਾਲੇ ਜਿਹੜੇ ਨੇ ਤੇਰੇ ਪਹਿਰਾਵੇ ਨੇ, ਭੇਖ ਨੇ, ਅਡੰਬਰ ਨੇ, ਪਖੰਡ ਨੇ, ਦੰਭ, ਬਾਹਰੀ ਦਿਖਾਵੇ, ਇਹ ਛੱਡ ਦੇ। ਚਤਰਾਈਆਂ ਛੱਡ ਦੇ, ਚਲਾਕੀਆਂ ਚੁਸਤੀਆਂ ਛੱਡ ਦੇ, ਦੁਨੀਆ ਨਾਲ ਕਰ। ਦੁਨੀਆ ਨਾਲ ਕਹਿੰਦੇ ਆਪਾਂ ਵੀ ਭਲੇ ਬੰਦੇ ਦਾ ਕੰਮ ਨਹੀਂ, ਚਲਾਕੀਆਂ ਚੁਸਤੀਆਂ ਚਾਹੀਦੀਆਂ। ਰੱਬ ਜੀ ਦੇ ਘਰ ਤੇ ਨਾ ਕਰ, ਗੁਰੂ ਦੇ ਨਾਲ ਆ ਕੇ ਤੇ ਚਲਾਕੀ ਨਾ ਕਰ। ਇੱਥੇ ਤੇ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ, ਇੱਥੇ ਇੱਕ ਨਹੀਂ ਚੱਲਣੀ। ਰੱਬ ਦੇ ਕੋਲ ਤੇਰੀ ਚਲਾਕੀ ਚੁਸਤੀ ਨਹੀਂ ਜੇ ਚੱਲਣੀ।
जिस जल निध कारण तुम जग आए, सो अमृत गुर पाही जियो, छोडो वेश भेख चतुराई, दुविधा ए फल नहीं जियो। दुविधा दे विच फल नहीं है, दुविधा नूं कोई फल नहीं लगना, ਉਹਨੂੰ कोई फल नहीं पैना, अजाई चली जाना है। फल का मतलब होंदा कि अगे फुल लगता है, अगे फल लगे। बूटा क्यों बीजते हैं जी आपां? फलां वाला, फलां वाला बूटा बीजिया, अंब बीजिया, अनार बीजिया, कोई भी एनी हाउ कोई भी आपां बूटा बीजिया फल लैण वास्ते, फसल बीजी फल लैण वास्ते, फसल बीजी बूटा बीजिया फल लैण लई, मेहनत कीती, ओनू सिंजिया, ओनू पालिया पोसिया, ओनू दवाई खाद पाई, ते जदों फल लैण दा समां आवे ते उदों वो खत्म हो जाए, ओनू फल ही ना लगे ते असीं कहने ना कोई फल इहदा लाभ नहीं होया, वड्ड दिओ, इहनू कट दिओ, इन्हें अजाई समां खराब कीता, इस ते फल ही नहीं लगदा इहनू। महाराज कहंदे इन्हां दुविधावां दे विच, संसियां विच कोई फल नहीं, कोई लाभ नहीं, मेहनत कीती तेरी अजाई चली जाएगी। दुविधा ए फल नहीं जियो, की कर? महाराज फिर की करिए असीं? कहंदे मन रे थिर रहो। क्या मन नूं समझाया सानू गुरु तेग बहादुर महाराज सच्चे पातशाह जी, जिन्हां दे स्थानां ते आपां बैठे हाँ। ये महाराज जे श्लोक ने ना जी, सारी बाणी गुरु तेग बहादुर महाराज सच्चे पातशाह जी दे 59 शब्द 57 श्लोक सारे मन नूं संबोधन होए। महाराज गुरु तेग बहादुर साहब जी मन नूं अपने आप नूं समझाया। कहो नानक सुन रे मना, अपने मन नूं महाराज जी सुना सुना के कहंदे है, मेरे मन सुन। किहनूं सुणाउणा है? दूसरिਆਂ ਨੂੰ ते बाद विच पहलां अपने मन नूं। तो मन नूं संबोधन होके महाराज मेले मालक कहंदे, मन रे थिर रहो, मत कत जाही जियो, होर किधरे ना जा, बाहर ढूंढत बहुत दुख पावै, दुख पाएगा। घर अमृत घट माही जियो, घर दे विच अमृत है, घट दे विच है, हिरदे दे विच वाहिगुरू परमात्मा दा वास है। दुविधा विच ना पै, इस दे विच ना पै, परमात्मा दे विच। तो दुविधा दे विच जे पएगा ख्वार। हजूर महाराज जी ने फिर बचन किया, कहंदे भव जल बिन शब्द है क्यों तरिए। भव जल, भव भौ, भौ जल, भौ डर, जल समुंदर, डरां दा समुंदर ये संसार, ये डरां दे समुंदर दे विचों किवें तरेगा। भव जल बिन शब्द है क्यों तरिए, ये डरां दा समुंदर बिना शब्द तो किवें तर सकेगा। नाम बिना सब रोग व्याप्या, दुविधा डुब डुब मरिए। दुविधा विच पै के डुबेगा, वार वार डुबेगा, गोते खाएगा। तो गुरुदेव महाराज पंचां पातशाह जी ने पूरी पदे दे विच, अष्टपदी दे विच, सारे 8 पदियां दे विच बहुत खोल के बड़ा ही विस्तार दे नाल दुविधा दे जिहड़े नुकसान ने वो सानू बयान कीते हैं। आओ शब्द दे विच की कह रहे ने महाराज जी, कहंदे जो इस मारे सोई सूरा, जो इस मारे सोई पूरा। जो दुविधा मार लेगा वो सूरमा, जिहड़ा दुविधा नूं खत्म कर लेगा वो पूरे नाल जुड़ के पूरा हो जाएगा। जो इस मारे तिस है वडियाई, वो वडियाइयां दा पात्र बन जाएगा, सिफतां दा। जो इस मारे तिसका दुख जाई, ਉਹਦੇ ਜ਼ਿੰਦਗੀ ਦੇ दुख खत्म हो जाएंगे। रहाओ वाले बचन ने कहते, ऐसा कोई जे दुविधा मार गवावै, ऐदां दा कोई विरलो है, ऐदां दा कोई एक अध है ਜਿਹੜਾ दुविधा नूं मार के गवा दिंदा है। ਜਿਹੜਾ मार लैंदा इसै मार राज जोग कमावै। इस नूं मार के राज ते योग, राज ते जोग, नाले दुनिया दा राज भाग, दुनिया दे सुख पदार्थां दी खुशी, दुनिया दे भोगां नूं भोग लैंदा है, नाले जोग परमात्मा जी दे नाल जुड़ जांदा है।
ਜਿਹੜਾ ਦੁਬਿਧਾ ਨੂੰ ਮਾਰ ਲਏ। ਜਿਹਦੀ ਦੁਬਿਧਾ ਖਤਮ ਨਹੀਂ ਹੋਈ ਉਹਦਾ ਰਾਜ ਵੀ ਗਿਆ, ਉਸ ਦਾ ਯੋਗ ਵੀ ਗਿਆ। ਜਿਹਨੇ ਖਤਮ ਕਰ ਲਈ ਉਹਨੇ ਦੋਵੇਂ ਪਾਲੇ, ਲੋਕ ਤੇ ਪਰਲੋਕ ਦੋਵੇਂ ਸੁਹੇਲਾ ਹੋ ਗਿਆ। ਸਾਹਿਬ ਆਖਦੇ ਕਹਿੰਦੇ ਜੋ ਇਸ ਮਾਰੇ ਤਿਸ ਕਉ ਭਉ ਨਾਹੀਂ, ਉਹਨੂੰ ਕੋਈ ਡਰ ਨਹੀਂ। ਜੋ ਇਸ ਮਾਰੇ ਸੋ ਨਾਮ ਸਮਾਹੇ, ਜਿਹੜਾ ਦੁਬਿਧਾ ਨੂੰ ਮਾਰ ਲਵੇ ਨਾਮ ਦੇ ਵਿੱਚ ਸਮਾ ਜਾਂਦਾ ਹੈ, ਨਾਮ ਨਾਲ ਇੱਕ ਮਿਕ ਹੋ ਜਾਂਦਾ ਹੈ। ਜਿਹੜਾ ਨਾਮ ਨਾਲ ਇੱਕ ਮਿਕ ਹੋ ਗਿਆ, ਨਾਮ ਜਪਦਿਆਂ ਨਾਮੀ ਨੂੰ ਪਾ ਜਾਵਾਂਗੇ। ਜਿਸ ਦਾ ਨਾਮ ਹੈ ਉਸ ਨੂੰ ਪ੍ਰਾਪਤ ਕਰ ਲਾਂਗੇ। ਜੋ ਇਸ ਮਾਰੇ ਤ੍ਰਿਸ਼ਕੀ ਤ੍ਰਿਸ਼ਨਾ ਬੁਝੈ, ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਜਿਹੜਾ ਦੁਬਿਧਾ ਨੂੰ ਮਾਰ ਲਵੇ। ਬਹੁਤ ਤ੍ਰਿਸ਼ਨਾ, ਤ੍ਰਿਸ਼ਨਾ ਜਿਹੜੀ ਮਹਾਰਾਜ ਕਹਿੰਦੇ ਬੜੀ ਭੈੜੀ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਦੁਬਿਧਾ ਚ ਪਿਆ ਰਵੇਂਗਾ ਤ੍ਰਿਸ਼ਨਾਵਾਂ ਨਹੀਂ ਬੁਝਣੀਆਂ। ਅੱਗ ਵਰਗੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਬਿਰਲੇ ਕੀ ਬੁੱਝੀ ਹੈ। ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁੱਝੀ ਹੈ। ਇਹ ਤ੍ਰਿਸ਼ਨਾ ਜਿਹੜੀ ਹੋਰ ਅੱਗੇ ਦੁਨੀਆ ਦੇ ਪਦਾਰਥਾਂ ਦੀ ਦੌੜ, ਹੋਰ ਅੱਗੇ ਕਮਾਉਣ ਦੀ ਦੌੜ ਜਿਹੜੀ ਹੈ ਵੱਧਦੀ ਜਾਂਦੀ। ਸਵੇਰ ਤੋਂ ਸ਼ਾਮ ਤੱਕ ਕੀ ਦੌੜ ਹੈ? ਕਮਾਈ, ਹੋਰ ਕਮਾਈ, ਜ਼ਿਆਦਾ ਤੋਂ ਜ਼ਿਆਦਾ ਕਮਾਈ। ਜੀਵਨ ਤੋਂ ਲੈ ਕੇ ਮਰਨ ਤੱਕ ਅੱਜ ਸਾਡੀ ਜਿੰਨੀ ਸਿੱਖਿਆ ਹੈ ਪਦਾਰਥਵਾਦੀ, ਸਾਡੇ ਬੱਚੇ, ਇਹ ਮਸਲਾ ਨਹੀਂ ਕਿ ਭਾਰਤ ਦੀ ਸਿੱਖਿਆ ਜਾਂ ਵੈਸਟਰਨ ਸਿੱਖਿਆ। ਅੱਜ ਐਜੂਕੇਸ਼ਨ ਦਾ ਮਨੋਰਥ ਕੀ ਬਣਿਆ ਹੈ? ਅੱਜ ਐਜੂਕੇਸ਼ਨ ਦਾ ਮਨੋਰਥ ਜ਼ਿੰਦਗੀ ਨੂੰ, ਚਰਿੱਤਰ ਨੂੰ ਸਵਾਰਨਾ ਨਹੀਂ, ਚਰਿੱਤਰ ਨੂੰ, ਇਖਲਾਕ ਨੂੰ ਉੱਚਾ ਚੁੱਕਣਾ ਨਹੀਂ ਹੈ। ਅੱਜ ਦੁਨੀਆ ਦੀ ਸਿੱਖਿਆ ਦਾ ਜਿਹੜੀਆਂ ਐਜੂਕੇਸ਼ਨ ਪਾਲਿਸੀ ਉਹਦਾ ਮਨੋਰਥ ਹੈ ਪੜ੍ਹੋ, ਕੰਮ ਕਰੋ, ਕਮਾਈ ਕਰੋ, ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰੋ। ਇਹ ਬਿਜ਼ਨਸ ਦੇ ਸਕੂਲ ਖੁੱਲ੍ਹੇ ਨੇ, ਮੈਨੇਜਮੈਂਟ ਦੇ ਸਕੂਲ ਖੁੱਲ੍ਹੇ ਨੇ, ਪੈਸੇ ਨੂੰ ਮੈਨੇਜਮੈਂਟ ਕਰਨਾ, ਵਪਾਰ ਨੂੰ ਮੈਨੇਜਮੈਂਟ ਕਰਨਾ। ਉਹ ਕਦੀ ਇਹ ਵੀ ਸਿੱਖ ਲੈ ਕਿ ਇਖਲਾਕ ਨੂੰ, ਜੀਵਨ ਨੂੰ, ਲਾਈਫ ਨੂੰ ਕਿਵੇਂ ਮੈਨੇਜ ਕਰਨਾ ਹੈ। ਇਹਨੂੰ ਮੈਨੇਜ ਕਰਨਾ ਸਿੱਖਿਆ ਕਦੀ? ਇਹਨੂੰ ਮੈਨੇਜ ਕਰਨਾ ਨਹੀਂ ਸਿੱਖ ਸਕਿਆ। ਤੋ ਸਾਰੀ ਦੌੜ ਇਹ ਲੱਗੀ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਇਸੇ ਦੌੜ ਚਲਾਉਂਦੇ। ਹਾਲਾਂਕਿ ਸਕੂਲਾਂ ਵਿੱਚ ਮੋਰਲ ਐਜੂਕੇਸ਼ਨ ਦਾ ਇੱਕ ਸਬਜੈਕਟ ਰੱਖਿਆ ਹੁੰਦਾ ਹੈ, ਪਰ ਉਹ ਖੂੰਜੇ ਲਾਇਆ, ਖੂੰਜੇ। ਉਹ ਸਬਜੈਕਟ ਪੜ੍ਹਿਆ ਨਾ ਪੜ੍ਹਿਆ, ਕਹਿੰਦੇ ਫਿਰ ਕੀ ਹੈ, ਇਹ ਤਾਂ ਨੰਬਰ ਆ ਜਾਣਗੇ, ਕੁਛ ਨਹੀਂ ਹੁੰਦਾ। ਉਹ ਇਹਦਾ ਟੀਚਰ ਕੋਈ ਨਹੀਂ, ਜਿਹੜਾ ਮਰਜ਼ੀ ਪੜ੍ਹਾ ਦੇਗਾ, ਉਹਦੀ ਕੋਈ ਵੈਲਿਊ ਨਹੀਂ। ਉਹ ਕਹਿੰਦੇ ਇਹ ਦੌੜ ਦੇ ਵਿੱਚ, ਤ੍ਰਿਸ਼ਨਾਵਾਂ ਦੀ ਦੌੜ ਵਿੱਚ ਇੰਨਾ ਕੁ ਪੈ ਗਿਆ, ਸਾਰੀਆਂ ਪੀੜ੍ਹੀਆਂ ਆਪਣੀਆਂ ਆਉਣ ਵਾਲੀਆਂ ਤੇ ਸਾਰਾ ਐਜੂਕੇਸ਼ਨ ਸਿੱਖਿਆ ਦਾ ਸਿਸਟਮ ਵੀ ਇੱਥੇ ਲਾਤਾ। ਫੇਰ ਤੇ ਅੱਗ ਵੱਧਦੀ ਜਾਣੀ ਦੁਨੀਆ ਤੇ, ਤਾਂ ਹੀ ਤੇ ਅੱਗ ਵੱਧਦੀ ਜਾਂਦੀ। ਪਿਛਲੇ 100 ਸਾਲ ਦਾ ਹਿਸਾਬ ਲਾਈਏ, ਸਾਡੇ ਕੋਲ ਪਦਾਰਥਾਂ ਦੀ ਕੋਈ ਕਮੀ ਨਹੀਂ, ਕੋਈ ਕਮੀ ਨਹੀਂ ਪਦਾਰਥਾਂ ਦੀ। ਹਰ ਇੱਕ ਬੰਦੇ ਦਾ ਰਹਿਣ ਸਹਿਣ ਸ਼ਾਹੀ ਠਾਠ ਬਾਠ ਹੈ ਜੀ, ਸ਼ਾਹੀ, ਜਿੱਦਾਂ ਦਾ ਬਾਦਸ਼ਾਹ ਰਹਿੰਦੇ ਸੀ ਪਹਿਲਾਂ, ਅਮੀਰ ਵਜ਼ੀਰ। ਪਰ ਮਨ 'ਚ ਸ਼ਾਂਤੀ ਉੱਡ ਪੁੱਡ ਗਈ। ਸਹਿਜ, ਧੀਰਜ, ਠਰਮਾ, ਨਿਮਰਤਾ, ਸ਼ਾਂਤੀ, ਸੁੱਖ ਜਿਹੜੀ ਚੀਜ਼ ਦਾ ਨਾਮ ਹੈ, ਉਹ ਟਿਕਾਓ, ਇਹ ਚੀਜ਼ਾਂ ਉੱਡ ਪੁੱਡ ਗਈਆਂ। ਸੰਤੋਖ ਉੱਡ ਪੁੱਡ ਗਿਆ ਜ਼ਿੰਦਗੀ ਤੋਂ। ਤਾਂ ਹਜ਼ੂਰ ਮਹਾਰਾਜ ਆਖਦੇ, ਕਹਿੰਦੇ ਜੇ ਦੁਬਿਧਾ ਖਤਮ ਨਾ ਕੀਤੀ ਤ੍ਰਿਸ਼ਨਾਵਾਂ ਨਹੀਂ ਬੁੱਝਣੀਆਂ। ਜੋ ਇਸ ਮਾਰੇ ਸੋ ਦਰਗਹਿ ਸਿੱਝੈ, ਦਰਗਾਹ ਦੇ ਵਿੱਚ ਵੀ ਇਹ ਤੂੰ ਮਾਣ ਵਡਿਆਈ ਪਾਉਣੀ ਚਾਹੁੰਦਾ ਹੈ ਤੇ ਦੁਬਿਧਾ ਖਤਮ ਕਰ। ਜੋ ਇਸ ਮਾਰੇ ਸੋ ਧਨਵੰਤਾ, ਸਹੀ ਮਾਨਿਆਂ ਦੇ ਵਿੱਚ ਧਨਵਾਨ। ਉਹ ਧਨਵਾਨ ਨਹੀਂ ਜਿਹਦੇ ਕੋਲ ਦੁਨੀਆ ਦਾ ਧਨ ਪਦਾਰਥ ਦੌਲਤ ਬੇਸ਼ੁਮਾਰ, ਬੈਂਕਾਂ ਭਰੀਆਂ ਪਈਆਂ, ਕਈਆਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਖਰਚੀਏ, ਪਤਾ ਨਹੀਂ ਲੱਗਦਾ ਕਿੱਥੇ ਕਰ। ਮੈਂ ਜੀ ਇਟਲੀ ਗਿਆ, ਇਟਲੀ ਦਾ ਸ਼ਹਿਰ ਹੈ ਮਿਲਾਨ, ਬੜਾ ਵੱਡਾ ਸ਼ਹਿਰ ਹੈ। ਡੂਮੋ ਦੀ ਮਿਲਾਨ ਚਰਚ ਹੈ, ਚਰਚ ਦੇ ਦੀਦਾਰੇ ਕੀਤੇ, ਦੇਖੀ, ਬੜੀ ਪੁਰਾਣੀ ਚਰਚ ਹੈ। ਉਹਦੇ ਬਾਹਰ ਇੱਕ ਮਾਰਕੀਟ ਹੈ, ਮਾਰਕੀਟ ਘੁੰਮਣ ਲੱਗ ਗਏ। ਬੇਹੱਦ ਮਹਿੰਗੀ ਮਾਰਕੀਟ, 40-40 ਹਜ਼ਾਰ ਦੀ ਘੜੀ, 1.5 ਲੱਖ ਦੀ ਘੜੀ, 30-30 ਹਜ਼ਾਰ ਦੇ ਬੀਬੀਆਂ ਵਾਲੇ ਆ ਜਿਹੜੇ ਪਰਸ ਹੁੰਦੇ ਨੇ। ਮੈਂ ਕਿਹਾ ਇੰਨੇ ਮਹਿੰਗੇ ਕੌਣ ਖਰੀਦਾ ਹੋਣਾ। ਇਹ ਕੀਮਤ ਯੂਰੋ ਵਿੱਚ, ਯੂਰੋ 'ਚ
ਜੇ ਇਹਨੂੰ ਗੁਣਾ ਕਰੋਗੇ ਤੇ ਕਿੱਥੇ ਬਣੇਗਾ। ਇੰਨੇ ਮਹਿੰਗੇ ਕੌਣ ਖਰੀਦਦਾ ਹੋਏਗਾ? ਕਹਿੰਦੇ ਜੀ ਖਰੀਦਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਪੈਸੇ ਦਾ ਹਿਸਾਬ ਨਹੀਂ ਵੀ ਕਿੱਥੇ ਖਰਚੀਏ, ਉਹ ਇੱਥੇ ਆ ਕੇ ਖਰਚਦੇ ਨੇ, ਉਹ ਖਰਚਦੇ ਨੇ ਇੱਥੇ ਆ ਕੇ। ਤੇ ਫਿਰ ਕਈ ਮਹਿੰਗਾ ਬ੍ਰਾਂਡਡ ਉਹ ਚੀਜ਼ਾਂ ਉਹ ਲੈ ਕੇ ਮਹਿੰਗੀਆਂ ਤੇ ਸ਼ੋਅ ਆਫ ਕਰਦੇ ਜ਼ਿੰਦਗੀ ਦਾ। ਮਹਾਰਾਜ ਕਹਿੰਦੇ ਉਹ ਤੇ ਕੁਛ ਵੀ ਨਹੀਂ, ਇੱਥੇ ਛੱਡ ਜਾਣਾ ਤੇਰਾ ਬ੍ਰਾਂਡ ਬਰੂੰਡ ਸਾਰਾ ਕੁਛ ਸਾਜੋ ਸਮਾਨ ਇੱਥੇ ਰਹਿ ਜਾਣਾ। ਉਹ ਧਨਵੰਤ ਕੁਲਵੰਤ ਪਤਵੰਤ। ਦੁਨੀਆ 'ਚ ਅਸੀਂ ਹਰ ਬੰਦਾ ਤਿੰਨ ਚੀਜ਼ਾਂ ਚਾਹੁੰਦਾ। ਧਨ ਚਾਹੁੰਦਾ ਹੈ, ਕੁਲਵਾਨ ਇੱਜ਼ਤਵਾਨ ਹੋਣਾ ਚਾਹੁੰਦਾ ਹੈ। ਲੈ ਧਨਵੰਤ ਪਤਵੰਤ ਕੁਲਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ। ਪਰਮਾਤਮਾ ਨੂੰ ਵਾਹਿਗੁਰੂ ਜੀ ਨੂੰ ਵਸਾ ਤਾਂ ਧਨਵਾਨ ਹੋਏਗਾ। ਜੋ ਇਸ ਮਾਰੇ ਸੋ ਧਨਵੰਤਾ, ਜੋ ਇਸ ਮਾਰੇ ਸੋ ਪਤਵੰਤਾ ਇੱਜ਼ਤਵਾਨ। ਇੱਜ਼ਤ ਇਹ ਇੱਜ਼ਤ ਲੈ, ਇਸ ਦੇ ਨਾਲ ਤੇਰੀ ਇੱਜ਼ਤ ਆਬਰੂ ਢੱਕੀ ਰਹਿਣੀ ਏ। ਦਰਗਾਹ ਦੇ ਵਿੱਚ ਵੀ ਤੇਰੀ ਇੱਜ਼ਤ ਆਬਰੂ ਇਹਦੇ ਨਾਲ ਬਣਨੀ ਹੈ, ਇੱਥੇ ਵੀ ਤੇਰੀ ਇੱਜ਼ਤ ਆਬਰੂ ਬਣੇਗੀ। ਆਪਾਂ ਭਗਤ ਸਾਹਿਬਾਨਾਂ ਦਾ ਨਾਮ ਲੈ ਲਈਏ। ਸਤ ਸੰਗਤ, ਭਗਤ ਸਾਹਿਬਾਨਾਂ ਕੋਲ ਦੌਲਤ ਸੀ? ਨਹੀਂ, ਕੋਈ ਦੌਲਤ ਨਹੀਂ ਸੀ। ਗੁਰੂ ਨਾਨਕ ਦੇਵ ਮਹਾਰਾਜ ਨੇ ਦੌਲਤ ਇਕੱਠੀ ਕੀਤੀ? ਨਹੀਂ। ਉਹਨਾਂ ਨੇ ਨਾਮ ਜਪਿਆ, ਦੁਬਿਧਾ ਖਤਮ ਕੀਤੀ ਤੇ ਉਹ ਇੱਜ਼ਤਵਾਨ ਹੋ ਗਏ, ਸਨਮਾਨਯੋਗ ਹੋ ਗਏ। ਅੱਜ ਉਹਨਾਂ ਨੂੰ ਦੁਨੀਆ ਨਮਸਕਾਰ ਕਰ ਰਹੀ। ਹਜ਼ੂਰ ਆਖਦੇ ਜੋ ਇਸ ਮਾਰੇ ਸੋਈ ਜਤੀ ਸੰਜਮ ਵਾਲਾ। ਜ਼ਬਤ ਕੰਟਰੋਲ, ਜਤੀ ਜਤ ਰੱਖਣਾ ਭਾਵ ਸੰਜਮ ਰੱਖਣਾ, ਬੋਲਣ ਦਾ, ਖਾਣ ਪੀਣ ਦਾ, ਵੇਖਣ ਦਾ, ਸੁਣਨ ਦਾ, ਚੱਲਣ ਫਿਰਨ ਦਾ ਸੰਜਮ ਮਰਿਆਦਾ। ਦੁਬਿਧਾ ਖਤਮ ਕਰ ਲਏਗਾ, ਜਤੀ ਹੋ ਜਾਏਗਾ। ਜੋ ਸਮਾਰੇ ਤਿਸ ਹੋਵੇ ਗਤੀ, ਗਤੀ ਹੋ ਜਾਏਗੀ ਤੇਰੀ, ਪਾਰ ਉਤਾਰਾ ਹੋ ਜਾਏਗਾ। ਜੋ ਸਮਾਰੇ ਤਿਸਕਾ ਆਇਆ ਗਣੀ, ਗਿਣਤੀ ਚ ਹੋ ਜਾਏਗਾ ਤੇਰਾ ਆਇਆ। ਜੋ ਸਮਾਰੇ ਸੋ ਨੇਹ ਚਲ ਧਨੀ, ਨੇਹ ਅਚਲ ਨਾ ਜਾਣ ਵਾਲੀ ਦੌਲਤ। ਇਹ ਦੌਲਤ ਦੁਨੀਆ ਦੀ ਆਈ ਤੇ ਚਲੀ ਗਈ, ਇਹ ਕਿਸੇ ਕੋ ਟਿਕੀ ਨਹੀਂ ਰਹਿੰਦੀ, ਚਲਾਏਮਾਨ ਹੈ। ਇਹ ਸਰਕਲ ਹੈ ਦੁਨੀਆ ਦੀ ਦੌਲਤ ਦਾ। ਇੱਧਰ ਹੱਥ ਆਈ, ਦੂਜੇ ਹੱਥ ਨਿਕਲ ਗਈ। ਪਰ ਉਹ ਦੌਲਤ ਨਾਮ ਵਾਲੀ ਦੌਲਤ ਤੇ ਇਹ ਦੌਲਤ, ਨਾਮ ਵਾਲੀ ਦੌਲਤ ਨਿਚਲ ਹੈ, ਟਿਕੀ ਹੋਈ ਹੈ। ਜੋ ਇਸ ਮਾਰੇ ਸੋ ਨਿਚਲ ਧਨੀ, ਜੋ ਇਸ ਮਾਰੇ ਸੋ ਵੱਡ ਭਾਗਾ, ਜੋ ਇਸ ਮਾਰੇ ਸੋ ਅਨ ਦਿਨ ਜਾਗਾ। ਜਾਗ ਗਿਆ, ਮਾਇਆ ਦੀ ਗਫਲਤ ਵਾਲੀ ਨੀਂਦ ਵਿੱਚੋਂ ਜਾਗ ਗਿਆ। ਜੋ ਇਸ ਮਾਰੇ ਸੋ ਜੀਵਨ ਮੁਕਤਾ, ਜਿਉਂਦੇ ਜੀ ਮੁਕਤ ਹੋ ਗਿਆ, ਬੰਧਨਾਂ ਤੋਂ ਖਲਾਸੀ ਹੋ ਗਈ ਉਸ ਦੀ। ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ, ਉਹਦੇ ਜ਼ਿੰਦਗੀ ਜਿਉਣ ਦਾ ਢੰਗ ਸਲੀਕੇ ਵਾਲਾ, ਪਵਿੱਤਰ ਨਿਰਮਲ ਮਲ ਤੋਂ ਰਹਿਤ ਹੋ ਗਿਆ। ਜੋ ਇਸ ਮਾਰੇ ਸੋਈ ਸੁਗਿਆਨੀ, ਸ਼ੁਭ ਗਿਆਨੀ, ਗਿਆਨਵਾਨ ਪੁਰਸ਼, ਵਿਦਵਾਨ ਪੁਰਸ਼ ਕਹਾਉਂਦਾ ਹੈ। ਜੋ ਇਸ ਮਾਰੇ ਸੋ ਸਹਜ ਧਿਆਨੀ, ਸਹਿਜ ਦੇ ਵਿੱਚ ਬਿਰਤੀ ਜੁੜ ਗਈ, ਆਤਮਿਕ ਅਡੋਲਤਾ ਦੇ ਵਿੱਚ ਉਹਦਾ ਧਿਆਨ ਜੁੜ ਗਿਆ। ਇਸ ਮਾਰੀ ਬਿਨ ਥਾਏ ਨਾ ਪਰੈ, ਇਸ ਨੂੰ ਮਾਰੇ ਤੋਂ ਬਿਨਾ, ਦੁਬਿਧਾ ਨੂੰ ਮਾਰੇ ਤੋਂ ਬਿਨਾ ਕੁਛ ਵੀ ਥਾਂ ਨਹੀਂ ਪੈਣਾ। ਤੇਰੀ ਘਾਲ, ਕਈ ਵਾਰੀ ਕਹਿੰਦੇ ਨਾ ਸੇਵਾ ਕੀਤੀ, ਗੁਰੂ ਘਰ ਆਏ, ਧਰਮ ਸਥਾਨਾਂ ਦੇ ਉੱਤੇ ਯਾਤਰਾ ਕੀਤੀ, ਥਾਂ ਨਹੀਂ ਪਈ ਲੱਗਦੀ। ਥਾਂ ਕਿਉਂ ਨਹੀਂ ਪਈ? ਉਹ ਤਾਂ ਹੀ ਨਹੀਂ ਪਈ, ਤੂੰ ਉਸ ਰੱਬ ਦੀ ਸੇਵਾ ਕਰਨ ਲੱਗਿਆ, ਗੁਰੂ ਘਰ ਸੇਵਾ ਕਰਨ ਲੱਗਿਆ, ਕਿਸੇ ਹੋਰ ਪਾਸੇ ਵੀ ਧਿਆਨ ਰੱਖਿਆ। ਇਹ ਵੀ ਧਿਆਨ ਰੱਖਿਆ ਕਿ ਸ਼ਨੀਵਾਰ ਆਉਣ ਵਾਲਾ ਹੈ, ਜਾ ਕੇ ਤੇਲ ਪਾਉਣਾ ਹੈ, ਵੀਰਵਾਰ ਆਉਣ ਵਾਲਾ ਤੇਲ ਪਾਉਣਾ ਹੈ, ਉਹ ਫਲਾਣੇ ਗ੍ਰਹਿ ਦੀ ਪੂਜਾ ਕਰਨੀ ਹੈ, ਉਹ ਫਲਾਣੀ ਕਬਰ ਦੇ ਉੱਤੇ ਜਾਣਾ। ਦੋ ਗੱਲਾਂ ਕੀਤੀਆਂ ਗੁਰੂ ਨੂੰ ਛੱਡ ਕੇ ਤਾਂ ਹੀ ਥਾਂ ਨਹੀਂ ਪਿਆ। ਦੁਬਿਧਾ ਛੱਡ, ਦੁਚਿੱਤੀ ਛੱਡ, ਤੇਰੀ ਮਿਹਨਤ ਕੀਤੀ, ਘਾਲ ਕੀਤੀ, ਥਾਂ ਪੈ ਜਾਏਗੀ। ਨਾਮ ਜਪਣ ਵਾਲੇ ਥਾਂ ਪਏ ਨਾ, ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਘਾਲ, ਉਹਨਾਂ ਦੀ ਉਹ ਨਾਮ ਜਪ ਕੇ ਘਾਲ ਕਰ ਗਏ, ਨਹੀਂ ਤੇ ਘਾਲ ਥਾਂ ਨਹੀਂ ਪੈਂਦੀ। ਜੋ ਇਸ ਮਾਰੇ ਕਹਿੰਦੇ ਇਸ ਮਾਰੀ ਬਿਨ ਥਾਏ ਨਾ ਪਰੈ, ਇਸ ਮਾਰੀ ਬਿਨ ਕਹਿੰਦੇ ਹੋਰ ਕੀ ਹੁੰਦਾ? ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜੰਮ ਤੇ ਨਹੀਂ ਛੁਟੈ। ਇਸ ਨੂੰ ਮਾਰੇ ਤੋਂ ਬਿਨਾ
ਜਨਮਾਂ ਜਨਮਾਂਤਰਾਂ ਦਾ ਆਉਣਾ ਜਾਣਾ, ਆਵਾਗਾਉਣ, ਭਾਰਤੀ ਭਾਸ਼ਾ ਵਿੱਚ ਜਿਹੜਾ ਕਹਿੰਦਾ ਆਵਾਗਾਉਣ ਦਾ ਬੰਧਨ, ਫੇਰ ਜੰਮਣਾ ਫੇਰ ਮਰਨਾ, ਮਰਨਾ ਜੰਮਣਾ, ਇਹ ਜਿਹੜਾ ਚੱਕਰ ਹੈ ਨਾ, ਦੁਬਿਧਾ ਨੂੰ ਖਤਮ ਕਰਨ ਤੋਂ ਬਿਨਾ ਨਹੀਂ ਖਤਮ ਹੁੰਦਾ। ਇਸ ਮਾਰੀ ਬਿਨ ਜਮਤੇ ਨਹੀਂ ਛੁੱਟੈ, ਜਮਾ ਤੋਂ ਛੁਟਕਾਰਾ ਨਹੀਂ ਹੋਣਾ। ਇਸ ਮਾਰੀ ਬਿਨ ਗਿਆਨ ਨਾ ਹੋਈ, ਜਿਹੜੀ ਸੱਚੇ ਦਰਗਾਹ ਦੀ ਜਿਹੜਾ ਗਿਆਨ ਹੈ, ਸ਼ਬਦ ਦਾ ਗਿਆਨ ਹੈ, ਦੁਬਿਧਾ ਨੂੰ ਮਾਰਨ ਤੋਂ ਬਿਨਾ ਨਹੀਂ ਹੋਣਾ। ਇਸ ਮਾਰੀ ਬਿਨ ਝੂਠ ਨਾ ਧੋਈ, ਇਸ ਨੂੰ ਮਾਰੇ ਤੋਂ ਬਿਨਾ ਜਿਹੜੀ ਜਨਮਾਂ ਜਨਮਾਂਤਰਾਂ ਦੀ ਝੂਠ ਲੱਗੀ, ਮੈਲ ਲੱਗੀ ਹੈ, ਮਨ ਨੂੰ ਮੈਲ ਲੱਗੀ ਹੈ। ਕਿੰਨੀ ਕੁ ਮੈਲ? ਬਹੁਤ ਮੈਲ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾਹ, ਕਾਲਾ ਸ਼ਾਹ, ਇੰਨੀ ਝੂਠ ਲੱਗ ਗਈ, ਇੰਨੀ ਝੂਠ ਲੱਗ ਗਈ, ਕਾਲਾ ਸ਼ਾਹ ਹੋ ਗਿਆ। ਕਾਲਾ ਹੋਆ ਸ਼ਾਹ ਖਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾਹੁ, ਉਹ 100 ਧੋ ਵੀ ਪਾ ਲਵੇਂਗਾ ਤੇ ਉਹ ਜਨਮਾਂ ਜਨਮਾਂਤਰਾਂ ਦੀ ਮੈਲ ਨਹੀਂ ਜਾਣੀ, ਦੁਬਿਧਾ ਨੂੰ ਦੂਰ ਕੀਤੇ ਤੋਂ ਬਿਨਾ। ਇਸ ਮਾਰੀ ਬਿਨ ਕਹਿੰਦੇ ਝੂਠ ਨਾ ਧੋਈ, ਇਸ ਮਾਰੀ ਬਿਨ ਸਭ ਕਿਛ ਮੈਲਾ, ਇਸ ਮਾਰੀ ਬਿਨ ਸਭ ਕਿਛ ਜੌਲਾ। ਇਸ ਨੂੰ ਮਾਰੇ ਤੋਂ ਬਿਨਾ ਤੂੰ ਸਾਰਾ ਕੁਛ ਮੈਲਾ ਹੀ ਮੈਲਾ ਹੈ। ਇਸ ਨੂੰ ਮਾਰੇ ਤੋਂ ਬਿਨਾ ਸਭ ਕੁਛ ਵੱਖਰਾ ਤੇਰਾ, ਰੱਬ ਜੀ ਦੇ ਦਰ ਨਾਲੋਂ, ਉਸ ਦੀ ਮਰਜ਼ੀ ਦੇ ਨਾਲੋਂ ਵੱਖਰਾ ਹੈ। ਫਿਰ ਆਖਰੀ ਬਚਨ ਆਖਰੀ ਪਦੇ ਵਿੱਚ ਕੀਤਾ, ਮਹਾਰਾਜ ਦੱਸੋ ਫਿਰ ਕਿਹਦੀ ਇਹ ਦੁਬਿਧਾ ਖਤਮ ਹੋਈ, ਇਹ ਦੁਚਿੱਤੀਪਨ, ਇਹ ਮੈਂ ਮੇਰੀ ਵਾਲਾ ਭਾਵ ਕਿਹਦਾ ਖਤਮ ਹੋਇਆ? ਮਹਾਰਾਜ ਸੱਚੇ ਪਾਤਸ਼ਾਹ ਜੀ ਕਿੱਥੇ ਖਤਮ ਹੋਵੇਗਾ? ਮਹਾਰਾਜ ਇਹ ਬਚਨ ਕਰਦੇ ਨੇ, ਕਹਿੰਦੇ ਜਾ ਕੋ ਭਏ ਕਿਰਪਾਲ ਕਿਰਪਾ ਨਿਧ, ਜਾ ਕਉ ਜਿਸ ਨੂੰ, ਜਾ ਪੜਨਾਉ ਹੈ ਥਰਡ ਪਰਸਨ ਦੀ ਕਿਰਿਆ ਦਾ, ਜਾ ਕਉ ਨੂੰ, ਕਹਿੰਦੇ ਜਿਸ ਨੂੰ ਭਏ ਹੋ ਗਏ ਕਿਰਪਾਲ, ਕਿਰਪਾ ਦੇ ਘਰ ਚ ਆ ਗਏ, ਕਿਰਪਾ ਨਿਧ, ਕਿਰਪਾ ਦੇ ਖਜ਼ਾਨੇ ਮਾਲਕ ਪ੍ਰਮਾਤਮਾ, ਜਿਸ ਦੇ ਉੱਤੇ ਕਿਰਪਾਵਾਨ ਹੋ ਗਏ, ਜਿਹਦੇ ਉੱਤੇ ਤਰਸ ਆ ਗਿਆ, ਮੇਰ ਭਰੀ ਰਹਿਮਤ ਭਰੀ ਦ੍ਰਿਸ਼ਟੀ ਜਿਸ ਦੇ ਉੱਤੇ ਹੋ ਗਈ, ਤਿਸ ਭਈ ਖਲਾਸੀ ਹੋਈ ਸਗਲ ਸਿੱਧ, ਉਹਦੀ ਖਲਾਸੀ ਹੋ ਗਈ ਤੇ ਉਹਨੇ ਭਈ ਸਗਲ ਸਿੱਧ, ਉਹ ਸਿੱਧ ਪੁਰਸ਼ ਪੂਰਾ ਪੁਰਸ਼ ਹੋ ਗਿਆ, ਪੂਰਾ ਹੋ ਗਿਆ, ਅਧੂਰਾਪਨ ਖਤਮ ਹੋ ਗਿਆ। ਹਰ ਇੱਕ ਚਾਹੁੰਦਾ ਨਾ ਜੀ ਰਿੱਧੀਆਂ ਸਿੱਧੀਆਂ ਲੈਣ ਵਾਸਤੇ, ਕਈ ਕਿੰਨੇ ਖਲ ਜਗਣ ਜਾਲਦੇ ਐ, ਜੰਤਰਾਂ ਮੰਤਰਾਂ ਤੰਤਰਾਂ ਕਰਾਮਾਤਾਂ ਦਾ ਸਹਾਰਾ ਲੈਂਦੇ। ਮਹਾਰਾਜ ਸਿੱਧੀ, ਉਹ ਸਿੱਧੀ ਕਿਵੇਂ ਪਾਵੇਂਗਾ? ਪੂਰਨਤਾ ਨੂੰ ਕਿਵੇਂ ਪ੍ਰਾਪਤ ਹੋਏਗਾ? ਰਿੱਧੀ ਸਿੱਧੀ ਕਿਵੇਂ ਮਿਲੇਗੀ? ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ, ਕਿਰਪਾ ਦਾ ਪਾਤਰ ਬਣ ਕੇ ਤੇਰੀ ਖਲਾਸੀ ਹੋ ਜਾਏਗੀ ਦੁਚਿੱਤੀ ਦੁਬਿਧਾ ਤੋਂ, ਤੇ ਸਿੱਧੀ ਪੂਰਨਤਾ ਨੂੰ ਪਾ ਜਾਏਗਾ। ਗੁਰ ਦੁਬਿਧਾ ਜਾ ਕੀ ਹੈ ਮਾਰੀ, ਗੁਰੂ ਜੀ ਨੇ ਗੁਰ, ਗੁਰੂ ਜੀ ਨੇ ਗੁਰ ਦੇ ਰਾਰੇ ਨੂੰ ਸਿਆਰੀ, ਗੁਰੂ ਜੀ ਨੇ ਦੁਬਿਧਾ, ਗੁਰੂ ਜੀ ਨੇ ਜਿਸ ਦੀ ਦੁਬਿਧਾ ਨੂੰ ਮਾਰ ਦਿੱਤਾ, ਕਹੋ ਨਾਨਕ ਸੋ ਬ੍ਰਹਮ ਵਿਚਾਰੀ, ਉਸਨੇ ਬ੍ਰਹਮ ਪਰਮਾਤਮਾ ਵਾਹਿਗੁਰੂ ਜੀ ਨੂੰ ਬ੍ਰਹਮ ਦੇ ਵਿੱਚ ਲਿਵਲੀਨ ਹੋ ਗਿਆ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪਾ ਗਿਆ, ਜਿਹਨੇ ਦੁਬਿਧਾ ਖਤਮ ਕਰ ਲਈ। ਹਜ਼ੂਰ ਮਹਾਰਾਜ ਬਾਣੀ 'ਚ ਬਚਨ ਕਰਦੇ ਨੇ ਜੀ, ਕਹਿੰਦੇ ਪੂਰੇ ਗੁਰੂ ਦੀ ਵਡਿਆਈ ਹੀ ਇਹ ਹੈ, ਪੂਰੇ ਗੁਰੂ ਦੀ ਮਹਿਮਾ ਹੀ ਹੈ, ਜਿਸ ਡਿਠਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ। ਗੁਰੂ ਦੀ ਵਡਿਆਈ ਇਹ ਹੈ, ਉਹ ਗੁਰੂ ਦੇਵ ਜੀ ਹਨ ਜਿਨ੍ਹਾਂ ਨੂੰ ਮਿਲ ਕੇ ਮਨ ਪ੍ਰਸੰਨ ਹੋ ਜਾਵੇ, ਖੁਸ਼ ਹੋ ਜਾਵੇ, ਖੇੜੇ ਤੇ ਸਦੀਵੀ ਵਿਗਾਸ ਚ ਆ ਜਾਏ, ਸਦੀਵੀ ਵਿਗਾਸ ਚ ਆ ਜਾਏ। ਜਿਸ ਡਿਠਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨ ਸਜਾਏ, ਉਹ ਗੁਰੂ ਹੈ। ਮਨ ਦੀ ਦੁਬਿਧਾ ਜਿਹੜੇ ਗੁਰੂ ਨੇ ਖਤਮ ਨਹੀਂ ਕੀਤੀ, ਉਹਦੇ ਨਾਂ ਦਾ ਹੀ ਹੈ। ਤਾਂ ਹੀ ਤਾਂ ਗੁਰਦੇਵ ਜੀ ਨੇ ਗੁਰੂ ਦੇ ਨਾਲ ਬੜੀ ਵਾਰੀ ਪੂਰਾ ਵੀ ਸ਼ਬਦ ਲਾਇਆ ਕਿ ਕਿਤੇ ਅਧੂਰੇ ਕੋਲ ਨਾ ਚਲੇ ਜਾਇਓ, ਨਾਮ ਵਾਲੇ ਗੁਰੂ ਕੋਲ ਨਾ ਚਲਿਓ, ਨਾਮ ਵੀ ਬੜੇ ਰੱਖੇ ਨੇ, ਫਲਾਣਾ ਗੁਰੂ, ਇਹ ਗੁਰੂ, ਉਹ ਗੁਰੂ। ਕਹਿੰਦੇ ਨਹੀਂ, ਪੂਰਾ ਗੁਰੂ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ ਨਾਨਕ, ਪੂਰਾ ਪਾਇਆ ਪੂਰੇ ਕੇ
ਜਪੀਏ ਸਾਰੇ ਆਪਾਂ, ਰਸਨਾ ਪਵਿੱਤਰ ਕਰੀਏ ਇੱਕ ਵਾਰੀ। ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ। ਪੂਰਾ ਪ੍ਰਭ ਆਰਾਧਿਆ, ਪੂਰਾ ਪ੍ਰਭ ਆਰਾਧਿਆ। ਪੂਰਾ ਜਾ ਕਾ ਨਾਮ, ਪੂਰਾ ਜਾ ਕਾ ਨਾਮ। ਵਾਹ। ਨਾਨਕ ਪੂਰਾ ਪਾਇਆ, ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ। ਪੂਰੇ ਕੇ ਗੁਣ ਗਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੇ ਸਥਾਨ ਤੇ ਬੈਠੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਸਾਹਿਬਾਨ, ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ, ਸ਼ਬਦ ਦੇ ਨਾਲ, ਨਾਮ ਨਾਲ, ਆਪਣੇ ਚਰਨਾਂ ਨਾਲ ਜੋੜ ਲੈਣ। ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਉਹਦਾ ਦੀ ਰਹਿਤ ਦੇ ਵਿੱਚ ਆ ਜਾਈਏ। ਸਤ ਸੰਗਤ, ਗੁਰੂ ਕੀ ਬਾਣੀ ਦੀ, ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਤੁੱਛ ਬੁੱਧੀ ਦੇ ਨਾਲ ਵਿਚਾਰ ਕੀਤੀ ਹੈ। ਭੁੱਲਾਂ ਦੀ, ਗਲਤੀਆਂ ਦੀ ਖਿਮਾ ਕਰਨਾ, ਅਸੀਸਾਂ ਦੇਣੀਆਂ। ਸਤਿਗੁਰੂ ਜੀ ਗੁਰੂ ਗ੍ਰੰਥ, ਗੁਰੂ ਪੰਥ ਦੀ ਚਾਕਰੀ ਸਦਾ ਇਸੇ ਤਰ੍ਹਾਂ ਲੈਂਦੇ ਰਹਿਣ। ਸਮੁੱਚੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ, ਪ੍ਰਬੰਧਕਾਂ ਦਾ ਧੰਨਵਾਦ। ਖਾਸ ਕਰਕੇ ਗੁਰੂ ਕੇ ਸਿੰਘ ਸਾਹਿਬਾਨ, ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ, ਹੋਰ ਗੁਰੂ ਕੇ ਸੇਵਾਦਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ